Welcome, students. I am here to discuss with you the topic that is recruitment. We have already discussed the meaning and the sources of the recruitment. Now, in this video, I am going to share with you the views regarding the external sources of the recruitment. As we have discussed the internal sources, now we are going to discuss the external sources. External sources. There are so many sources that are going to be external to the organization and through which they can recruit the employees or the candidates which are going to be work in the organization. So we can say that no one source is sufficient. Firm has to resort to the external sources if the employees within the organization are not suitable. Sometimes ਕੀ ਹੁੰਦਾ ਰਾਜੇ ਕਿ ਕੋਈ ਵੀ ਜਿਹੜਾ ਇੰਟਰਨਲ ਸੋਰਸ ਹੁੰਦਾ ਜ਼ਰੂਰੀ ਨਹੀਂ ਹੋਏਗਾ ਕਿ ਤੁਹਾਨੂੰ ਸਫੀਸ਼ੀਐਂਟ ਹੀ ਮਿਲੇਗਾ, ਠੀਕ ਹੈ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਫਰਮ ਹੁੰਦੀ ਹੈ ਉਹਨਾਂ ਨੂੰ ਡਿਪੈਂਡੈਂਟ ਰਹਿਣਾ ਪੈਂਦਾ ਐਕਸਟਰਨਲ ਸੋਰਸਿਸ ਦੇ ਉੱਤੇ, ਕਿਉਂਕਿ ਜਦੋਂ ਅਸੀਂ ਆਰਗੇਨਾਈਜੇਸ਼ਨ ਦੇ ਵਿੱਚ ਹੀ ਇੰਪਲੋਈਜ਼ ਨੂੰ ਹਾਇਰ ਕਰਦੇ ਹਾਂ ਤਾਂ ਸਮਟਾਈਮ ਉਹ ਸੂਟੇਬਲ ਨਹੀਂ ਹੁੰਦੇ। ਜਾਂ ਇਹ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਐਕਸਪੈਂਸ਼ਨ ਹੋਣੀ ਹੁੰਦੀ ਹੈ ਜਾਂ ਡਾਇਵਰਸੀਫਿਕੇਸ਼ਨ ਹੋਣੀ ਹੁੰਦੀ ਹੈ ਤਾਂ ਸਾਨੂੰ ਮੋਰ ਇੰਪਲੋਈਜ਼ ਦੀ ਲੋੜ ਪੈ ਜਾਂਦੀ ਹੈ। ਤਾਂ ਉਸ ਟਾਈਮ ਵੀ ਸਾਨੂੰ ਰਿਕਰੂਟਮੈਂਟ ਜਿਹੜੀ ਹੋਏਗੀ ਕਰਨੀ ਪਏਗੀ ਐਕਸਟਰਨਲ ਸੋਰਸਿਸ ਤੋਂ, ਠੀਕ ਹੈ ਜੀ। ਤਾਂ ਅਸੀਂ ਡਿਫਰੈਂਟ ਮੈਥਡਸ ਪੜ੍ਹਦੇ ਹਾਂ ਵਨ ਬਾਈ ਵਨ, ਜਿਹਦੇ ਵਿੱਚ ਸਾਨੂੰ ਐਕਸਟਰਨਲ ਸੋਰਸਿਸ ਦੇ ਬਾਰੇ ਡਿਟੇਲ 'ਚ ਮੈਂਸ਼ਨ ਕੀਤਾ ਹੋਇਆ। ਫਸਟ ਆ ਜਾਂਦਾ ਇੰਪਲੋਇਮੈਂਟ ਐਕਸਚੇਂਜ। ਇੰਪਲੋਇਮੈਂਟ ਐਕਸਚੇਂਜ ਦਾ ਮਤਲਬ ਜੇ ਇਹ ਹੁੰਦਾ ਹੈ ਕਿ ਅਨਇੰਪਲੋਇਡ ਤੇ ਅੰਡਰ ਇੰਪਲੋਇਡ ਜਿਹੜੇ ਪਰਸਨਸ ਹੁੰਦੇ ਨੇ ਉਹ ਹਮੇਸ਼ਾ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਰੱਖਦੇ ਨੇ ਕਿਸੇ ਨਾ ਕਿਸੇ ਇੰਪਲੋਇਮੈਂਟ ਐਕਸਚੇਂਜ ਦੇ ਅੰਡਰ, ਠੀਕ ਹੈ ਜੀ। ਇਹ ਜਿਹੜੀਆਂ ਇੰਪਲੋਇਮੈਂਟ ਐਕਸਚੇਂਜਿਸ ਹੁੰਦੀਆਂ ਨੇ ਮੋਸਟਲੀ ਸਟੇਟ ਗਵਰਨਮੈਂਟ ਦੁਆਰਾ ਰਨ ਕੀਤੀਆਂ ਜਾਂਦੀਆਂ ਨੇ, ਠੀਕ ਹੈ। ਜੇ ਆਪਾਂ ਕਹਿ ਸਕਦੇ ਕਿ ਇੱਕ ਤਰ੍ਹਾਂ ਦੀ ਐਕਸਚੇਂਜਿਸ ਮਤਲਬ ਇੱਕ ਤਰ੍ਹਾਂ ਦੀ ਫਰਮ ਦੇ ਤੌਰ 'ਤੇ ਕੰਮ ਕਰਦੀਆਂ ਨੇ ਜਾਂ ਇੱਕ ਤਰ੍ਹਾਂ ਦੇ ਆਰਗੇਨਾਈਜੇਸ਼ਨ ਦੇ ਤੌਰ 'ਤੇ ਕੰਮ ਕਰਦੀਆਂ ਨੇ ਜਿਹੜੀਆਂ ਡਿਫਰੈਂਟ ਜਿਹੜੇ ਅੰਡਰ ਇੰਪਲੋਏ ਜਾਂ ਅਨਇੰਪਲੋਇਡ ਪਰਸਨਸ ਹੋਣਗੇ ਉਹਨਾਂ ਦਾ ਜਿਹੜਾ ਡੇਟਾ ਹੋਊਗਾ ਆਪਣੇ ਕੋਲ ਰਜਿਸਟਰ ਕਰਕੇ ਰੱਖਣਗੇ, ਠੀਕ ਹੈ। ਜਿੱਦਾਂ ਕੰਸਰਨਸ ਹੂ ਆਰ ਇਨ ਨੀਡ ਆਫ ਦ ਸਕਿਲਡ ਔਰ ਅਨਸਕਿਲਡ ਪਰਸਨਸ ਮੇ ਅਪਰੋਚ ਦ ਐਕਸਚੇਂਜ ਫॉर ਦ ਰਿਕਰੂਟਮੈਂਟ। ਐਂਡ ਜਿਹੜੀ ਕੰਪਨੀ ਨੂੰ ਜਾਂ ਜਿਹੜੇ ਬਿਜ਼ਨਸਮੈਨ ਨੂੰ, ਠੀਕ ਹੈ, ਰਿਕੁਆਇਰਮੈਂਟ ਹੋਏਗੀ ਸਕਿਲਡ ਪਰਸਨ ਦੀ ਜਾਂ ਅਨਸਕਿਲਡ ਪਰਸਨ ਲੇਬਰ ਦੀ ਰਿਕੁਆਇਰਮੈਂਟ ਦੈਟ ਇਜ਼ ਨੋਨ ਐਜ਼ ਅਨਸਕਿਲਡ ਪਰਸਨ, ਠੀਕ ਹੈ ਜੀ। ਤਾਂ ਉਹ ਕੀ ਕਰਨਗੇ ਇੰਪਲੋਇਮੈਂਟ ਜਿਹੜੇ ਐਕਸਚੇਂਜਿਸ ਹੋਣਗੀਆਂ ਉਹਨਾਂ ਨੂੰ ਅਪਰੋਚ ਕਰਨਗੇ। ਤਾਂ ਇੰਪਲੋਇਮੈਂਟ ਜਿਹੜੇ ਐਕਸਚੇਂਜਿਸ ਹੁੰਦੀਆਂ ਨੇ ਬੇਸਿਕਲੀ ਆਪਾਂ ਇਹ ਕਹਾਂਗੇ ਕਿ ਜਿਹੜੇ ਜੋਬ ਸੀਕਰਸ ਹੋਣਗੇ ਜਿਨ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜੋਬ ਲੈਣ ਦੀ, ਉਹਨਾਂ ਨੂੰ ਕੀ ਕਰਦੀਆਂ ਨੇ ਜੋਬਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੀਆਂ। ਜਿਹੜੇ ਜੋਬ ਗਿਵਰਸ ਹੋਣਗੇ ਉਹਨਾਂ ਦਾ ਆਪਸ ਕੰਟੈਕਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀਆਂ। ਦੈਟ ਇਜ਼ ਨੋਨ ਐਜ਼ ਦ ਇੰਪਲੋਇਮੈਂਟ ਐਕਸਚੇਂਜ। ਨੈਕਸਟ ਆ ਜਾਂਦਾ ਐਡਵਰਟੀਜ਼ਮੈਂਟ। ਐਡਵਰਟੀਜ਼ਮੈਂਟ ਹਮੇਸ਼ਾ ਕਿਹਦੇ ਵਿੱਚ ਦਿੱਤੀ ਜਾਂਦੀ ਹੈ ਆਪਾਂ ਨੂੰ ਪਤਾ ਹੈ, ਨਿਊਜ਼ਪੇਪਰ ਦੇ ਵਿੱਚ, ਟ੍ਰੇਡ ਜਰਨਲਸ ਦੇ ਵਿੱਚ, ਮੈਗਜ਼ੀਨਸ ਦੇ ਵਿੱਚ ਹਮੇਸ਼ਾ ਬੈਸਟ ਮੈਥਡ ਮੰਨੇ ਜਾਂਦੇ ਨੇ ਜਦੋਂ ਵੀ ਅਸੀਂ ਰਿਕਰੂਟ ਕਰਦੇ ਹਾਂ ਕਿਸੇ ਨਾ ਕਿਸੇ ਪਰਸਨਸ ਨੂੰ। ਐਕਸਪੀਰੀਅੰਸ ਜੋਬਸ ਦੇ ਲਈ ਲਗਾ ਲਓ ਜਾਂ ਤੁਸੀਂ ਹਾਇਰ ਮਤਲਬ ਕਿਸੇ ਨਾ ਕਿਸੇ ਜੋਬਸ ਦੇ ਲਈ ਲਗਾ ਲਓ। ਕੋਈ ਵੀ ਜਿਹੜੀ ਵੇਰੀਅਸ ਵੈਕੈਂਸੀਜ਼ ਜਿਹੜੀਆਂ ਹੋਣਗੀਆਂ ਉਹ ਹਮੇਸ਼ਾ ਆਪਾਂ ਐਡਵਰਟੀਜ਼ਮੈਂਟ ਦੇ ਥਰੂ ਕੀ ਕਰਦੇ ਹਾਂ, ਫਿਲ ਕਰਦੇ ਹਾਂ। ਜਿਹੜੀ ਐਡਵਰਟੀਜ਼ਮੈਂਟਸ ਹੁੰਦੀਆਂ ਨੇ ਹਮੇਸ਼ਾ ਲੋਕਲ ਬੇਸਿਸ 'ਤੇ, ਰੀਜਨਲ ਬੇਸਿਸ 'ਤੇ ਜਾਂ ਨੈਸ਼ਨਲ ਡੇਲੀਜ਼ ਬੇਸਿਸ ਦੇ ਉੱਤੇ ਨਿਊਜ਼ਪੇਪਰਸ ਦੇ ਵਿੱਚ, ਜਰਨਲਸ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਠੀਕ ਹੈ ਜੀ। ਤਾਂ ਜਿਹੜੇ ਪ੍ਰੋਸਪੈਕਟਿਵ ਮਤਲਬ ਹੂ ਵਾਂਟ ਟੂ ਡੂ ਦਾ ਜੋਬ ਇਨ ਦਾ ਆਰਗੇਨਾਈਜੇਸ਼ਨ, ਠੀਕ ਹੈ। ਤਾਂ ਉਹ ਜਿਹੜੇ ਪ੍ਰੋਸਪੈਕਟਿਵ ਕੈਂਡੀਡੇਟਸ ਹੋਣਗੇ ਹਮੇਸ਼ਾ ਉਹਨਾਂ ਨੂੰ ਇਵੈਲੂਏਟ ਕਰਕੇ, ਠੀਕ ਹੈ, ਆਪਣੀ ਜੋਬਸ ਨੂੰ ਮਤਲਬ ਕੀ ਰਿਕੁਆਇਰਮੈਂਟ ਉਹਨਾਂ ਨੇ ਮੰਗੀਆਂ ਨੇ ਐਡਵਰਟੀਜ਼ਮੈਂਟ ਦੇ ਵਿੱਚ, ਠੀਕ ਹੈ, ਜੋ ਰਿਕੁਆਇਰਮੈਂਟ ਹੋਏਗੀ ਉਹਨਾਂ ਨੂੰ ਇਵੈਲੂਏਟ ਕਰਕੇ ਆਪਣੇ ਆਪ ਨੂੰ ਕੀ ਕਰਦੇ ਨੇ ਉਹ ਅਪਲਾਈ ਕਰਦੇ ਨੇ ਜੋਬਸ ਦੇ ਲਈ। ਦੈਟ ਇਜ਼ ਨੋਨ ਐਜ਼ ਦ ਐਡਵਰਟੀਜ਼ਮੈਂਟ। ਨੈਕਸਟ ਆ ਜਾਂਦਾ ਜੀ ਅਨਸੋਲੀਕੇਟਡ ਐਪਲੀਕੈਂਟਸ। ਅਨਸੋਲੀਕੇਟਡ ਐਪਲੀਕੈਂਟਸ ਕਿਹੜੇ ਹੁੰਦੇ ਨੇ? ਅਨਸੋਲੀਕੇਟਡ ਐਪਲੀਕੈਂਟਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਜੋਬ ਦੀ ਮਤਲਬ ਸਰਚ ਦੇ ਵਿੱਚ ਹੁੰਦੇ ਨੇ, ਭਾਲ 'ਚ ਹੁੰਦੇ ਨੇ ਤੇ ਮੇ ਸਮਟਾਈਮ ਦੈਮਸੈਲਵਸ ਕੰਸਲਟ ਦਾ ਇੰਪਲੋਇਰ ਥਰੂ ਦਾ ਮੇਲ ਔਰ ਟੈਲੀਫੋਨ। ਤੇ ਇਸ ਤਰ੍ਹਾਂ ਦੇ ਜਿਹੜੇ ਐਪਲੀਕੈਂਟਸ ਹੁੰਦੇ ਨੇ ਉਹ ਕੀ ਕਰਦੇ ਨੇ, ਜਿਹੜੇ ਮਤਲਬ ਆਪਣੇ ਆਰਗੇਨਾਈਜੇਸ਼ਨ ਦੇ ਹਾਇਰ ਪਰਸਨਸ ਹੋਣਗੇ ਉਹਨਾਂ ਨੂੰ ਇੰਪਲੋਇਰਸ ਨੂੰ ਕੀ ਕਰਦੇ ਨੇ, ਕੰਸਲਟ ਕਰਦੇ ਨੇ ਉਹ, ਠੀਕ ਹੈ, ਕਿ ਸਾਨੂੰ ਇਸ ਜੋਬ ਦੀ ਰਿਕੁਆਇਰਮੈਂਟ ਹੈ, ਕੀ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ, ਤੁਹਾਡੇ ਬਿਜ਼ਨਸ ਦੇ ਵਿੱਚ ਇਸ ਤਰ੍ਹਾਂ ਦੀ ਜੋਬ ਦੀ ਮਤਲਬ ਵੈਕੈਂਸੀ ਅਵੇਲੇਬਲ ਹੈ ਜਾਂ ਨਹੀਂ ਹੈ, ਠੀਕ ਹੈ। ਉਹ ਕਿਸ ਤਰ੍ਹਾਂ ਕਰਦੇ ਨੇ, ਉਹ ਮੇਲ ਦੇ ਥਰੂ ਕਰਨਗੇ ਜਾਂ ਟੈਲੀਫੋਨ ਥਰੂ ਕਰਨਗੇ। ਓਨਲੀ ਇੰਪਲੋਇਰਸ ਵਿਦ ਅ ਗੁੱਡ ਰੈਪੂਟੇਸ਼ਨ ਗੈਟ ਦਾ ਹੈਵੀ ਅਨਸੋਲੀਕੇਟਡ ਐਪਲੀਕੇਸ਼ਨਸ। ਕਹਿੰਦੇ ਜਿਨ੍ਹਾਂ ਦੀ ਮਤਲਬ ਰੈਪੂਟੇਸ਼ਨ ਅੱਛੀ ਹੁੰਦੀ ਹੈ ਉਹਨਾਂ ਨੂੰ ਹੀ ਜ਼ਿਆਦਾਤਰ ਕਾਲਸ ਤੇ ਮੇਲਸ ਆਉਂਦੀਆਂ ਨੇ, ਜਿਹੜੇ ਮਤਲਬ ਜਿਨ੍ਹਾਂ ਨੂੰ ਜੋਬ ਦੀ ਮਤਲਬ ਮਤਲਬ ਜਿਹੜੇ ਚਾਹੁੰਦੇ ਨੇ ਜੋਬ ਲੈਣੀ ਹੈ। And personal department maintain the records of such applications and in time of need they are contacted for filling up the vacancies। ਜਿਹੜੇ ਪਰਸੋਨਲ ਡਿਪਾਰਟਮੈਂਟ ਹੋਏਗਾ ਉਹ ਕੀ ਕਰੇਗਾ ਜੀ, ਜਿਹੜੇ ਵੀ ਐਪਲੀਕੈਂਟਸ ਕਾਲ ਕਰਦੇ ਨੇ ਜਾਂ ਮੇਲ ਕਰਦੇ ਨੇ ਆਪਣੀ ਡਿਪਾਰਟਮੈਂਟ ਲੈਵਲ ਦੇ ਉੱਤੇ, ਆਪਣੀ ਆਰਗੇਨਾਈਜੇਸ਼ਨ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ, ਕੰਪਨੀ ਦੇ ਵਿੱਚ, ਉਹਨਾਂ ਦਾ ਪ੍ਰੋਪਰ ਇੱਕ ਰਿਕਾਰਡ ਮੇਨਟੇਨ ਕਰਕੇ ਰੱਖਿਆ ਜਾਏਗਾ। ਤਾਂ ਜਦੋਂ ਵੀ ਨੀਡ ਅਰਾਈਜ਼ ਹੁੰਦੀ ਹੈ ਤਾਂ ਉਸ ਟਾਈਮ ਕੀ ਕੀਤਾ ਜਾਂਦਾ, ਉਹਨਾਂ ਨੂੰ ਜੋਬ ਅਪਲਾਈ ਕਰਨ ਵਾਸਤੇ ਉਹਨਾਂ ਨੂੰ
ਫਿਲਅਪ ਮਤਲਬ ਵੈਕੈਂਸੀਜ਼ ਫਿਲ ਕਰਨ ਵਾਸਤੇ ਕੰਟੈਕਟ ਕੀਤਾ ਜਾਂਦਾ। ਨੈਕਸਟ ਆ ਜਾਂਦਾ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਕੀ ਹੁੰਦੀਆਂ ਨੇ। ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਦਾ ਮਤਲਬ ਕੀ ਹੁੰਦਾ ਕਿ ਮੈਨੀ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਮੇਨਟੇਨ ਦ ਰਿਕਾਰਡ ਆਫ देयर ਮੈਂਬਰਸ ਐਂਡ ਸਪਲਾਈ ਟੂ ਦ ਕੰਪਨੀਜ਼ ਔਨ देयर ਡਿਮਾਂਡ। ਕਹਿੰਦੇ ਕਈ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜਿਹੜੀਆਂ ਆਪਣੇ ਕਿਸੇ ਨਾ ਕਿਸੇ ਮੈਂਬਰ ਦੀ ਜਿਹੜੇ ਪ੍ਰੋਪਰ ਰਿਕਾਰਡ ਜਿਹੜੇ ਹੁੰਦੇ ਨੇ ਮੇਨਟੇਨ ਕਰਕੇ ਰੱਖਦੀਆਂ ਨੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਡਿਮਾਂਡ ਦੇ ਉੱਤੇ ਜੇ ਕੰਪਨੀਜ਼ ਨੂੰ ਰਿਕੁਆਇਰਮੈਂਟ ਹੈ ਕਿਸੇ ਨਾ ਕਿਸੇ ਮਤਲਬ ਪਰਸਨਸ ਦੀ ਤਾਂ ਉਹਨਾਂ ਨੂੰ ਡਿਮਾਂਡ ਦੇ ਉੱਤੇ ਉਹ ਜਿਹੜਾ ਡੇਟਾ ਹੋਊਗਾ ਅੱਗੇ ਸਪਲਾਈ ਕਰ ਦੇਣਗੇ। ਠੀਕ ਹੈ ਜੀ। ਇਟ ਇਜ਼ ਅ ਮੋਸਟ ਰਿਲਾਇਬਲ ਸੋਰਸ ਫॉर ਰਿਕਰੂਟਿੰਗ ਦਾ ਪਰਸਨਸ ਐਟ ਦ ਮਿਡਲ ਐਂਡ ਦ ਅਪਰ ਲੈਵਲ ਮੈਨੇਜਮੈਂਟ। ਅਗਰ ਅਸੀਂ ਹਾਇਰ ਲੈਵਲ ਦੀ ਅਥਾਰਟੀਜ਼ ਦੀ ਗੱਲ ਕਰੀਏ ਜਾਂ ਮਤਲਬ ਮਿਡਲ ਲੈਵਲ ਪਰਸਨਸ ਦੀ ਜਿਵੇਂ ਸੁਪਰਵਾਈਜ਼ਰਸ ਹੋ ਗਏ ਮੈਨੇਜਰਸ ਹੋ ਗਏ ਠੀਕ ਹੈ ਤਾਂ ਅਸੀਂ ਹਮੇਸ਼ਾ ਅਸੀਂ ਪ੍ਰੋਫੈਸ਼ਨਲ ਜਿਹੜੀ ਆਰਗੇਨਾਈਜੇਸ਼ਨਸ ਹੋਣਗੀਆਂ ਉਹਨਾਂ ਦੇ ਥਰੂ ਹੀ ਰਿਕਰੂਟਮੈਂਟ ਕਰ ਸਕਦੇ ਹਾਂ। ਨੈਕਸਟ ਆ ਜਾਂਦਾ ਹੈ ਕੈਜੂਅਲ ਕਾਲਰਸ। ਇਸ ਦਾ ਮਤਲਬ ਹੁੰਦਾ ਹੈ ਕਿ ਵਿਦਾਊਟ ਐਨੀ ਅਨਾਊਂਸਮੈਂਟ ਆਫ ਦ ਵੇਕੈਂਟ ਪੋਸਟ ਸਮ ਟਾਈਮ ਪੀਪਲ drop their resume to find out jobs are if they are available। ਸਮਟਾਈਮ ਕੀ ਹੁੰਦਾ ਕਿ ਕਈ ਵਾਰ ਕੀ ਹੁੰਦਾ ਕਿ ਜੌਬ ਦੀ ਅਨਾਊਂਸਮੈਂਟ ਨਹੀਂ ਹੁੰਦੀ ਵੇਕੈਂਟ ਪੋਸਟ ਦੀ ਅਨਾਊਂਸਮੈਂਟ ਨਹੀਂ ਹੋਈ ਹੁੰਦੀ ਫਿਰ ਵੀ ਜਿਹੜੇ ਪੀਪਲ ਮਤਲਬ ਜਿਨ੍ਹਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਠੀਕ ਹੈ ਉਹ ਕੀ ਕਰਦੇ ਨੇ ਆਪਣਾ ਰਿਜ਼ਿਊਮੇ ਮਤਲਬ ਜਿਹਦੇ ਵਿੱਚ ਆਪਣਾ ਕੰਪਲੀਟ ਬਾਇਓਡਾਟਾ ਹੁੰਦਾ ਠੀਕ ਹੈ ਉਹ ਬਣਾ ਕੇ ਆਪਣੇ ਕੰਪਨੀ ਨੂੰ ਫਾਰਵਰਡ ਕਰ ਦਿੰਦੇ ਨੇ। ਠੀਕ ਹੈ ਜੀ। ਤਾਂ ਜਿਹਦੇ ਵਿੱਚ ਕੀ ਹੋਏਗਾ ਕੰਸਰਨਸ ਮੇਨਟੇਨ ਰਿਕਾਰਡ ਆਫ ਥੀਸ ਐਪਲੀਕੇਸ਼ਨਸ ਹੂ ਆਰ ਟੂ ਅਪੀਅਰ ਬਿਫੋਰ ਦ ਸਿਲੈਕਸ਼ਨ ਬੋਰਡ ਇਨ ਕੇਸ ਆਫ ਦ ਸਮ ਵੈਕੈਂਸੀ ਅਰਾਈਜ਼। ਕਹਿੰਦੇ ਜਿਹੜੀ ਕੰਪਨੀਜ਼ ਹੋਣਗੀਆਂ ਪਰਸੋਨਲ ਡਿਪਾਰਟਮੈਂਟ ਹੋਏਗਾ ਉਹਨਾਂ ਦਾ ਪ੍ਰੋਪਰ ਰਿਕਾਰਡ ਮੇਨਟੇਨ ਕਰਕੇ ਰੱਖੇਗਾ। ਅਗਰ ਨੀਡ ਅਰਾਈਜ਼ ਹੁੰਦੀ ਹੈ ਤਾਂ ਉਹਨਾਂ ਨੂੰ ਕੀ ਕਰ ਲਿਆ ਜਾਏਗਾ ਕੰਸਲਟ ਕਰ ਲਿਆ ਜਾਏਗਾ। ਠੀਕ ਹੈ ਜੀ। ਦੈਟ ਇਜ਼ ਨੋਨ ਐਜ਼ ਦ ਕੈਜੂਅਲ ਕਾਲਰਸ। ਨੈਕਸਟ ਆ ਜਾਂਦਾ ਕੰਟਰੈਕਟਰਸ ਕੀ ਹੁੰਦੇ ਨੇ। ਕਹਿੰਦੇ ਸਮ ਬਿਜ਼ਨਸ ਐਂਟਰਪ੍ਰਾਈਜ਼ਸ ਆਫਨ ਰਿਕਰੂਟ ਦਾ ਲੇਬਰ ਥਰੂ ਦਾ ਲੇਬਰ ਕੰਟਰੈਕਟਰਸ। ਠੀਕ ਹੈ ਜੀ। ਤਾਂ ਕੰਟਰੈਕਟਰਸ ਔਰ ਜੌਬਰਸ ਐਕਟ ਐਜ਼ ਅ ਮਿਡਲਮੈਨ ਟੂ ਸਪਲਾਈ ਦ ਵਰਕਰਸ। ਸਮਟਾਈਮ ਕੀ ਹੁੰਦਾ ਕਿ ਮਤਲਬ ਮਿਡਲਮੈਨ ਦੇ ਤੌਰ ਤੇ ਕੰਮ ਕਰਦੇ ਨੇ ਜਿਹੜੇ ਕੰਟਰੈਕਟਰਸ ਹੁੰਦੇ ਨੇ। ਤਾਂ ਬਿਜ਼ਨਸ ਦੇ ਵਿੱਚ ਅਗਰ ਸਾਨੂੰ ਵਰਕਰਸ ਦੀ ਲੇਬਰ ਦੀ ਲੋੜ ਹੈ ਤਾਂ ਅਸੀਂ ਕੰਟਰੈਕਟਰ ਨੂੰ ਕੀ ਕਰਾਂਗੇ ਡਿਮਾਂਡ ਕਰਾਂਗੇ ਕਿ ਸਾਨੂੰ ਇੰਨੇ ਨੰਬਰ ਆਫ ਪਰਸਨਸ ਦੀ ਰਿਕੁਆਇਰਮੈਂਟ ਹੈ ਤੇ ਅਸੀਂ ਇਹ ਕੰਮ ਜਿਹੜਾ ਮਤਲਬ ਵਰਕਰਸ ਤੋਂ ਕਰਵਾਉਣਾ ਤਾਂ ਕੰਟਰੈਕਟਰ ਕੀ ਕਰੇਗਾ ਸਾਡੇ ਕੋਲ ਜਿੰਨੇ ਵੀ ਵਰਕਰਸ ਦੀ ਰਿਕੁਆਇਰਮੈਂਟ ਹੋਏਗੀ ਸਾਨੂੰ ਅੱਗੇ ਲਿਸਟ ਬਣਾ ਕੇ ਭੇਜ ਦੇਗਾ ਤਾਂ ਉਹਨਾਂ ਨੂੰ ਅੱਗੇ ਫਰਦਰ ਅਪਲਾਈ ਕਰਨ ਲਈ ਕਾਲ ਕਰ ਦੇਗਾ। ਠੀਕ ਹੈ ਜੀ। ਨੈਕਸਟ ਆ ਜਾਂਦਾ ਕੈਂਪਸ ਇੰਟਰਵਿਊਜ਼। ਕੈਂਪਸ ਇੰਟਰਵਿਊਜ਼ ਦਾ ਮਤਲਬ ਹੁੰਦਾ ਕਿ ਸਮਟਾਈਮ ਕੀ ਹੁੰਦਾ ਕਿ ਜਿਹੜੀ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਕਿਸੇ ਨਾ ਕਿਸੇ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਕਾਲਜਿਸ ਦੇ ਵਿੱਚ ਜਾ ਕੇ ਇੰਟਰਵਿਊਜ਼ ਕੰਡਕਟ ਕਰਦੇ ਨੇ। ਠੀਕ ਹੈ ਜੀ। ਤਾਂ ਉਹ ਕੀ ਕਰਦੇ ਨੇ ਜੀ ਇੰਪਲੋਏ ਦੀ ਰਿਕਰੂਟਮੈਂਟ ਕਰਦੇ ਨੇ ਮਤਲਬ ਜਿਹੜੇ ਸਟੂਡੈਂਟਸ ਮਤਲਬ ਲਾਸਟ ਈਅਰ ਦੇ ਵਿੱਚ ਵਰਕ ਕਰ ਮਤਲਬ ਸਟੱਡੀ ਕਰ ਰਹੇ ਹੁੰਦੇ ਜਿਵੇਂ ਬੀਟੈਕ ਇੰਜੀਨੀਅਰਿੰਗ ਕਰਦੇ ਨੇ ਸਟੂਡੈਂਟਸ ਐਮਟੈਕ ਇੰਜੀਨੀਅਰਿੰਗ ਕਰਦੇ ਨੇ ਜਾਂ ਅੱਗੇ ਫਰਦਰ MBA ਕਰਦੇ ਨੇ ਸਟੂਡੈਂਟਸ BBA ਕਰਦੇ ਨੇ ਤਾਂ ਜਿਹੜਾ ਉਹਨਾਂ ਦਾ ਟ੍ਰੇਨਿੰਗ ਦਾ ਕੋਰਸ ਟਾਈਮ ਪੀਰੀਅਡ ਹੁੰਦਾ 6 ਮੰਥਸ ਦਾ ਤਾਂ ਉਹਦੇ ਵਿੱਚ ਜਿਹੜੇ ਮਤਲਬ ਇੰਸਟੀਚਿਊਟਸ ਹੋਣਗੇ ਯੂਨੀਵਰਸਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕੀ ਕਰਦੇ ਨੇ ਡਿਫਰੈਂਟ ਕੰਪਨੀਜ਼ ਨੂੰ ਅਪਰੋਚ ਕਰਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਸਾਡੇ ਸਟੂਡੈਂਟਸ ਨੂੰ ਹਾਇਰ ਕਰੋ। ਠੀਕ ਹੈ। ਤਾਂ ਉਹਨੂੰ ਆਪਾਂ ਕੀ ਕਹਾਂਗੇ ਕੈਂਪਸ ਇੰਟਰਵਿਊਜ਼ ਕਹਿ ਦਾਂਗੇ। ਤਾਂ ਜਿਹੜੇ ਸਟੂਡੈਂਟਸ ਨੂੰ ਮਤਲਬ ਹਾਇਰ ਕੀਤਾ ਜਾਂਦਾ ਹੈ ਤਾਂ ਕੈਂਪਸ ਥਰੂ ਮਤਲਬ ਯੂਨੀਵਰਸਿਟੀਜ਼ ਇੰਸਟੀਚਿਊਟਸ ਥਰੂ ਹਾਇਰ ਕੀਤਾ ਜਾਂਦਾ ਤਾਂ ਉਹਨਾਂ ਦੇ ਇੰਟਰਵਿਊਜ਼ ਪ੍ਰੋਪਰ ਕੰਡਕਟ ਕੀਤੇ ਜਾਣਗੇ ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਜਾਏਗਾ ਤੇ ਉਹ ਤੋਂ ਬਾਅਦ ਹੀ ਕੀ ਹੋਏਗਾ ਉਹਨਾਂ ਨੂੰ ਇੱਕ ਜੌਬ ਜਿਹੜੀ ਹੋਏਗੀ ਵੈਕੈਂਸੀ ਜਿਹੜੀ ਹੋਏਗੀ ਫੁੱਲਫਿਲ ਕੀਤੀ ਜਾਏਗੀ। ਨੈਕਸਟ ਆ ਜਾਂਦਾ ਕੰਸਲਟੈਂਸੀ ਫਰਮਸ। ਕੰਸਲਟੈਂਸੀ ਫਰਮਸ ਕਿਹੜੀਆਂ ਹੁੰਦੀਆਂ ਨੇ ਕਹਿੰਦੇ ਸੈਵਰਲ ਪਲੇਸਮੈਂਟ ਏਜੰਸੀਜ਼ ਔਰ ਪਰਸੋਨਲ ਕੰਸਲਟੈਂਸੀ ਫਰਮਸ ਲਾਈਕ ਪ੍ਰਾਈਸ ਵਾਟਰ ਕੂਪਰਸ ਹੋ ਗਏ AF ਫਰਗੂਸਨ ਹੋ ਗਏ ABC ਕੰਸਲਟੈਂਟ ਹੋ ਗਏ ਪਰਫਾਰਮ ਰਿਕਰੂਟਮੈਂਟ ਫੰਕਸ਼ਨ ਔਨ ਦਾ ਬਿਹਾਫ ਆਫ देयर ਕਲਾਇੰਟਸ ਬਾਈ ਚਾਰਜਿੰਗ ਦਾ ਫੀਸ। ਕਹਿੰਦੇ ਕਈ ਇਸ ਤਰ੍ਹਾਂ ਦੀਆਂ ਫਰਮਸ ਹੁੰਦੀਆਂ ਨੇ ਜਿਹੜੀਆਂ ਕੁਛ ਨਾ ਕੁਛ ਮਤਲਬ ਫੀਸ ਵਗੈਰਾ ਚਾਰਜ ਕਰਕੇ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਕਿਹੜੀ ਨੇ ਜੀ ਪ੍ਰਾਈਸ ਵਾਟਰ ਹਾਊਸ ਕੂਪਰਸ AF ਫਰਗੂਸਨ ABC ਕੰਸਲਟੈਂਟਸ। ਠੀਕ ਹੈ ਜੀ। ਇਹ ਕੀ ਕਰਦੇ ਨੇ ਰਿਕਰੂਟਮੈਂਟ ਦਾ ਕੰਮ ਕਰਦੇ ਨੇ। ਠੀਕ ਹੈ। ਮਤਲਬ ਜਸਟ ਜਿੰਨੀ ਵੀ ਆਪਾਂ ਨੂੰ ਰਿਕੁਆਇਰਮੈਂਟ ਹੋਏਗੀ ਆਪਾਂ ਕੰਸਲਟੈਂਸੀ ਫਰਮਸ ਨੂੰ ਦੱਸ ਦੇਣਾ ਕਿ ਸਾਨੂੰ ਇੰਨੇ ਵਰਕਰਸ ਦੀ ਇੰਨੇ ਇੰਪਲੋਇਜ਼ ਦੀ ਰਿਕੁਆਇਰਮੈਂਟ ਹੈ ਤੇ ਜਿਹੜੇ ਮਤਲਬ ਕੰਸਲਟੈਂਸੀ ਫਰਮਸ ਹੋਣਗੇ ਸਾਨੂੰ ਅੱਗੇ ਫਰਦਰ ਰੈਫਰੈਂਸ ਪ੍ਰੋਵਾਈਡ ਕਰਨਗੀਆਂ ਕਿ ਸਾਡੇ ਕੋਲ ਇੰਨੇ ਪਰਸਨਸ ਦੀ ਮਤਲਬ ਲਿਸਟ ਆਈ ਹੋਈ ਹੈ ਯੂ ਕੈਨ ਗੋ ਫॉर दैट। ਤੁਸੀਂ ਉਹਨਾਂ ਦੇ ਵਿੱਚੋਂ ਇੰਟਰਵਿਊਜ਼ ਸਿਲੈਕਟ ਕਰਕੇ ਅੱਗੇ ਫਰਦਰ ਤੁਸੀਂ ਕਰ ਸਕਦੇ ਹੋ ਇੰਪਲੋਇਜ਼ ਨੂੰ ਹਾਇਰ ਕਰ ਸਕਦੇ ਹੋ ਵਰਕਰਸ ਨੂੰ ਅੱਗੇ ਰੱਖ ਸਕਦੇ ਹੋ। दैट इज नोन एज द कंसल्टेंसी फर्म ਜਿਹੜੀਆਂ ਮਤਲਬ ਕੋਈ ਨਾ ਕੋਈ ਫੀਸ ਚਾਰਜ ਕਰਦੀਆਂ ਨੇ। ਠੀਕ ਹੈ ਜੀ। ਨੈਕਸਟ ਆ ਜਾਂਦਾ ਕੰਪੀਟੀਟਰਸ। ਸਮਟਾਈਮ ਕੀ ਹੁੰਦਾ ਕਿ ਜਿਹੜੇ ਰਾਈਵਲ ਫਰਮਸ ਹੁੰਦੀਆਂ ਨੇ ਜਿਹੜੇ ਸਾਡੇ ਕੰਪੀਟੀਟਰਸ ਹੁੰਦੇ ਨੇ ਉਹ ਵੀ ਸਰਪਲਸ ਇੰਪਲੋਇਜ਼ ਨੂੰ ਹਾਇਰ ਕਰ ਲੈਂਦੇ ਨੇ। ਠੀਕ ਹੈ ਜੀ। ਤਾਂ ਇਹ ਜ਼ਿਆਦਾਤਰ ਉਦੋਂ ਹੁੰਦਾ ਹੈ ਕਿ ਜਦੋਂ ਬੈਟਰ ਪੇ ਸਕੇਲ ਮਤਲਬ ਉਹਨਾਂ ਨੂੰ ਅਸੀਂ ਕੰਪੀਟੀਟਰਸ ਨਹੀਂ ਪ੍ਰੋਵਾਈਡ ਕਰ ਪਾਉਂਦੇ ਐਫੀਸ਼ੀਐਂਟ ਇੰਪਲੋਇਜ਼ ਜਿਹੜੇ ਹੁੰਦੇ ਨੇ ਰਾਈਵਲ ਇੰਸਟੀਟਿਊਸ਼ਨਸ ਦੇ ਵਿੱਚ ਮਤਲਬ ਅਟਰੈਕਟ ਹੋ ਜਾਂਦੇ ਨੇ। ਠੀਕ ਹੈ ਜੀ। ਤਾਂ ਸਿਗਨੀਫੀਕੈਂਸ ਕੀ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜੌਬਸ ਨੂੰ ਆਪਾਂ
ਉਹਨਾਂ ਨੂੰ ਅਟਰੈਕਟ ਕਰ ਸਕੀਏ। ਕਿੱਦਾਂ ਅਟਰੈਕਟ ਕਰਾਂਗੇ? ਅਗਰ ਸਾਨੂੰ ਲੱਗਦਾ ਕਿ ਕੰਪੀਟੀਟਰ ਜਿਹੜਾ ਸਾਡਾ ਅੱਛੀ ਜੋਬ ਮਤਲਬ ਉਹਦੇ ਵਿੱਚ ਇੰਪਲੋਈ ਸਾਡਾ ਬਹੁਤ ਅੱਛਾ ਕੰਮ ਕਰ ਰਿਹਾ, ਠੀਕ ਹੈ, ਤਾਂ ਅਸੀਂ ਉਹਨੂੰ ਅਟਰੈਕਟ ਕਰਨਾ, ਤਾਂ ਅਸੀਂ ਉਹਨੂੰ ਬੈਟਰ ਪੇ ਸਕੇਲ ਦੇਵਾਂਗੇ, ਉਹਨੂੰ ਗੁੱਡ ਵਰਕਿੰਗ ਕੰਡੀਸ਼ਨਸ ਦਾ ਮਤਲਬ ਇੱਕ ਤਰ੍ਹਾਂ ਦਾ ਉਹਨੂੰ ਸ਼ੋਅ ਕਰਾਂਗੇ ਕਿ ਦੈਟ ਦਾ ਗੁੱਡ ਵਰਕਿੰਗ ਕੰਡੀਸ਼ਨ ਸ਼ੁੱਡ ਬੀ ਪ੍ਰੋਵਾਈਡਡ ਇਨ ਆਵਰ ਆਰਗੇਨਾਈਜੇਸ਼ਨ। ਤਾਂ ਕੰਪੀਟੀਟਰ ਦੇ ਜਿਹੜੇ ਵਿੱਚ ਇੰਪਲੋਈਜ਼ ਕੰਮ ਕਰਨਗੇ, ਕੰਪਨੀਜ਼ ਦੇ ਵਿੱਚ ਕੰਮ ਕਰਨਗੇ ਇੰਪਲੋਈਜ਼, ਉਹ ਸਾਡੀ ਕੰਪਨੀ ਵੱਲ ਅਟਰੈਕਟ ਹੋਣਾ ਸ਼ੁਰੂ ਹੋ ਜਾਣਗੇ, ਠੀਕ ਹੈ। ਤਾਂ ਉਸ ਦੇ ਥਰੂ ਵੀ ਆਪਾਂ ਵੈਕੈਂਸੀਜ਼ ਜਿਹੜੀਆਂ ਹੋਣਗੀਆਂ ਫਿਲ ਕਰ ਸਕਦੇ ਹਾਂ। ਨੈਕਸਟ ਆ ਜਾਂਦਾ ਲੇਬਰ ਯੂਨੀਅਨਸ। In order to satisfy the unions, employers are recruited on their recommendation also. Sometime ਕੀ ਹੁੰਦਾ ਕਿ ਜਿਹੜੀ ਲੇਬਰ ਯੂਨੀਅਨਸ ਹੁੰਦੀਆਂ ਨੇ ਉਹ ਵੀ ਰਿਕਮੈਂਡੇਸ਼ਨ ਦੇ ਸਕਦੀਆਂ ਨੇ ਕਿ ਤੁਸੀਂ ਸਾਡੇ ਬੇਸ ਤੇ ਕੋਈ ਨਾ ਕੋਈ ਇੰਪਲੋਈਜ਼ ਨੂੰ ਹਾਇਰ ਕਰ ਲਓ, ਠੀਕ ਹੈ। ਤਾਂ ਯੂਨੀਅਨ ਲੀਡਰਸ ਜਿਹੜੇ ਹੋਣਗੇ ਜੋਬ ਵੈਕੈਂਸੀਜ਼ ਦੇ ਰਿਗਾਰਡਿੰਗ ਅਵੇਅਰ ਹੁੰਦੇ ਨੇ, ਠੀਕ ਹੈ। ਉਹ ਤਾਂ ਇੰਪਲੋਇਰਸ ਨੂੰ ਹੈਲਪ ਕਰ ਸਕਦੇ ਨੇ ਸੂਟੇਬਲ ਪਰਸਨਸ ਨੂੰ ਕੀ ਕਰਨ ਵਾਸਤੇ, ਰਿਕਰੂਟ ਕਰਨ ਵਾਸਤੇ। In the industries where there is a shortage of labor unions are given extensive rights. ਤਾਂ ਉਹਨਾਂ ਨੂੰ ਮਤਲਬ ਕਾਫੀ ਰਾਈਟਸ ਮਿਲੇ ਹੁੰਦੇ ਨੇ ਕਿ ਤੁਸੀਂ ਆਪਣੇ ਲੈਵਲ ਤੇ ਹੈਲਪ ਕਰ ਸਕਦੇ ਹੋ ਆਪਣੇ ਇੰਪਲੋਇਰਸ ਦੀ, ਆਪਣੇ ਹਾਇਰ ਲੈਵਲ ਅਥਾਰਟੀਜ਼ ਦੀ, ਕਿ ਤੁਸੀਂ ਕਿੱਦਾਂ ਉਹਨਾਂ ਨੂੰ ਮਤਲਬ ਜਿਹੜੇ ਸੂਟੇਬਲ ਕੈਂਡੀਡੇਟਸ ਉਹਨਾਂ ਨੂੰ ਕਿੱਦਾਂ ਹੈਲਪ ਕਰਕੇ ਆਪਣੀ ਵੈਕੈਂਸੀਜ਼ ਨੂੰ ਫੁਲਫਿਲ ਕਰਨ। ਨੈਕਸਟ ਆ ਜਾਂਦਾ ਗੇਟ ਰਿਕਰੂਟਮੈਂਟ। ਗੇਟ ਰਿਕਰੂਟਮੈਂਟ ਜ਼ਿਆਦਾਤਰ ਫੈਕਟਰੀ ਗੇਟਸ ਤੇ ਕੀਤੀ ਜਾਂਦੀ ਹੈ, ਠੀਕ ਹੈ। ਜਿਹੜੇ ਜਨਰਲੀ ਵਰਕਰਸ ਹੁੰਦੇ ਨੇ ਉਹ ਮਤਲਬ ਇੱਕ ਫੈਕਟਰੀ ਗੇਟਸ ਤੇ ਗੈਦਰ ਹੋ ਜਾਂਦੇ ਨੇ, ਜਿਹਨਾਂ ਨੂੰ ਜੋਬ ਦੀ ਰਿਕੁਆਇਰਮੈਂਟ ਹੁੰਦੀ ਹੈ। ਤਾਂ ਇੰਪਲੋਇਰਸ ਕੀ ਕਰਦੇ ਨੇ, ਸੂਟੇਬਲ ਇੰਪਲੋਈ ਨੂੰ ਸਿਲੈਕਟ ਕਰ ਲੈਂਦੇ ਨੇ ਇਨ ਕੇਸ ਦੇਅਰ ਪਰਮਨੈਂਟ ਇੰਪਲੋਈਜ਼ ਐਬਸੈਂਟ, ਠੀਕ ਹੈ। ਕਈ ਵਾਰ ਕੀ ਹੁੰਦਾ ਕਿ ਜਿਹੜਾ ਇੰਪਲੋਈ ਜਿਹੜਾ ਐਬਸੈਂਟ ਹੁੰਦਾ, ਜਿਹੜਾ ਮਤਲਬ ਰੈਗੂਲਰਲੀ ਕੰਮ ਕਰ ਰਿਹਾ ਹੁੰਦਾ, ਤਾਂ ਜਿਹੜੇ ਗੇਟ ਦੇ ਉੱਤੇ ਮਤਲਬ ਕੋਈ ਆਪਣਾ ਰਿਜ਼ਿਊਮੇ ਛੱਡ ਕੇ ਜਾਂਦਾ, ਠੀਕ ਹੈ, ਆਪਣਾ ਬਾਇਓਡਾਟਾ ਦੇ ਕੇ ਜਾਏਗਾ, ਤਾਂ ਉਹਨਾਂ ਨੂੰ ਆਪਾਂ ਕਾਲ ਕਰਕੇ ਵੀ ਆਪਾਂ ਬੁਲਾ ਸਕਦੇ ਹਾਂ ਕਿ ਕੁਝ ਟਾਈਮ ਪੀਰੀਅਡ ਲਈ ਸਾਡੀ ਜੋਬ ਦੇ ਆਰਗੇਨਾਈਜੇਸ਼ਨ ਦੇ ਵਿੱਚ ਰਿਕੁਆਇਰਮੈਂਟ ਹੈ, ਤੁਸੀਂ ਸਾਡਾ ਜਿਹੜਾ ਵੈਕੈਂਸੀ ਹੈ ਉਹਨੂੰ ਫੁਲਫਿਲ ਕਰ ਸਕਦੇ ਹੋ, ਠੀਕ ਹੈ। ਦੈਟ ਇਜ਼ ਨੋਨ ਐਜ਼ ਦਾ ਗੇਟ ਰਿਕਰੂਟਮੈਂਟ। So this is the complete process of the external sources. Now, what is the selection? Selection is the second topic which is going to be introduced in the staffing process. Now, what is selection? Selection is the process of choosing the most suitable persons amongst all the candidates. ਮਤਲਬ ਸਭ ਤੋਂ ਜ਼ਿਆਦਾ ਜਿਹੜਾ ਸੂਟੇਬਲ ਪਰਸਨ ਹੋਏਗਾ ਜੋਬ ਦੇ ਲਈ ਉਹਨੂੰ ਆਪਾਂ ਨੇ ਸਿਲੈਕਟ ਕਰਨਾ, ਦੈਟ ਇਜ਼ ਨੋਨ ਐਜ਼ ਸਿਲੈਕਸ਼ਨ। ਇਸ ਦੇ ਵਿੱਚ ਕੀ ਹੋਗਾ ਕਿ ਨੰਬਰ ਆਫ ਸਟੈਪਸ ਜਿਹੜੇ ਨੇ ਸਾਨੂੰ ਫੋਲੋ ਕਰਨੇ ਪੈਂਦੇ ਨੇ ਜਦੋਂ ਵੀ ਅਸੀਂ ਕੈਂਡੀਡੇਟਸ ਨੂੰ ਪ੍ਰੋਪਰਲੀ ਸਕਰੀਨ ਕਰਨਾ ਹੈ, ਮਤਲਬ ਉਹਨਾਂ ਨੂੰ ਸਿਲੈਕਟ ਕਰਨਾ ਹੈ ਆਪਣੀ ਜੋਬਸ ਦੇ ਲਈ, ਠੀਕ ਹੈ ਜੀ। ਤਾਂ ਜਿੰਨੇ ਵੀ ਸਾਡੇ ਕੋਲ ਕੈਂਡੀਡੇਟਸ ਹੋਣਗੇ, ਪੋਜੀਸ਼ਨ ਸਾਡੇ ਵੇਕੈਂਟ ਪਈਆਂ ਹੋਣਗੀਆਂ, ਉਹਨਾਂ ਨੂੰ ਅਸੀਂ ਸੂਟੇਬਲ ਕੈਂਡੀਡੇਟਸ ਨੂੰ ਹੀ ਕੀ ਕਰਾਂਗੇ, ਫੁਲਫਿਲ ਕਰਾਂਗੇ, ਉਹਨਾਂ ਨੂੰ ਹੀ ਜੋਬ ਜਿਹੜੀਆਂ ਹੋਣਗੀਆਂ ਪ੍ਰੋਵਾਈਡ ਕਰਾਂਗੇ। ਤਾਂ ਮੈਨੇਜਰ ਕੀ ਕਰਦਾ ਹਮੇਸ਼ਾ, ਸ਼ੁੱਡ ਮੇਕ ਦਾ ਫੇਅਰ ਐਂਡ ਦਾ ਇੰਪਾਰਸ਼ੀਅਲ ਸਿਲੈਕਸ਼ਨ ਔਨ ਦਾ ਬੇਸਿਸ ਆਫ ਦਾ ਸਾਇੰਟੀਫਿਕ ਟੈਸਟਿੰਗ। ਪ੍ਰੋਪਰ ਇੱਕ ਟੈਸਟਿੰਗ ਕੀਤੀ ਜਾਏਗੀ, ਕੋਈ ਨਾ ਕੋਈ ਸਟੈਪਸ ਜਿਹੜੇ ਹੋਣਗੇ ਫੋਲੋ ਕੀਤੇ ਜਾਣਗੇ, ਜਿਹਦੇ ਵਿੱਚ ਕੀ ਹੋਊਗਾ ਕਿ ਸਾਡੇ ਜਿਹੜੇ ਕੈਂਡੀਡੇਟਸ ਹੋਣਗੇ ਫਾਈਨਲੀ ਸਿਲੈਕਟ ਕਰ ਲਏ ਜਾਣਗੇ। ਤਾਂ ਇਹਦੇ ਵਿੱਚ ਆਪਾਂ ਇੱਕ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ, ਦੈਟ ਇਜ਼ ਦਾ ਜॉर्ज आर टैरी ने ਦਿੱਤੀ ਹੋਈ ਹੈ। ਸਿਲੈਕਸ਼ਨ ਮੀਨਸ ਮੇਕਿੰਗ ਦਾ ਚੋਇਸ ਬਾਈ ਪ੍ਰੈਫਰੈਂਸ। ਦਿਸ ਚੋਇਸ ਬਾਈ ਪ੍ਰੈਫਰੈਂਸ ਇਜ਼ ਬੇਸਡ ਔਨ ਦਾ ਕੰਪੈਰੀਜ਼ਨ ਬਿਟਵੀਨ ਦਾ ਟੂ ਫੈਕਟਰਸ। ਹਮੇਸ਼ਾ ਜਿਹੜੀ ਸਿਲੈਕਸ਼ਨ ਹੁੰਦੀ ਹੈ ਪ੍ਰੈਫਰੈਂਸ ਦੇ ਬੇਸ ਤੇ ਕੀਤੀ ਜਾਏਗੀ। ਦੋ ਫੈਕਟਰਸ ਜਿਹੜੇ ਹੁੰਦੇ ਨੇ ਹਮੇਸ਼ਾ ਧਿਆਨ 'ਚ ਰੱਖੇ ਜਾਂਦੇ ਨੇ, ਬਟ ਦਾ ਜੌਬ ਰਿਕੁਆਇਰਸ ਫॉर ਸਕਸੈਸਫੁਲ ਐਗਜ਼ੀਕਿਊਸ਼ਨ। ਕਹਿੰਦੇ ਜੌਬ ਜਦੋਂ ਅਸੀਂ ਮਤਲਬ ਕੰਪਲੀਟ ਕਰਨੀ ਹੈ ਜਾਂ ਆਪਾਂ ਕਹਾਂਗੇ ਸਕਸੈਸਫੁਲੀ ਐਗਜ਼ੀਕਿਊਟ ਮਤਲਬ ਇੰਪਲੀਮੈਂਟ ਕਰਨਾ ਕਿਸੇ ਕੰਮ ਨੂੰ, ਤਾਂ ਸਾਨੂੰ ਉਸ ਦੇ ਲਈ ਰਿਕੁਆਇਰਮੈਂਟਸ ਕੀ ਚਾਹੀਦੀਆਂ ਨੇ, ਸਾਨੂੰ ਕਿਸ ਤਰ੍ਹਾਂ ਦੀ ਕੈਂਡੀਡੇਟਸ ਦੀ ਰਿਕੁਆਇਰਮੈਂਟ ਹੈ, ਵਟ ਦਾ ਐਪਲੀਕੈਂਟ ਹੈਜ਼ ਟੂ ਆਫਰ ਐਂਡ ਐਪਲੀਕੇਸ਼ਨ ਜਿਹੜੇ ਮਤਲਬ ਕੈਂਡੀਡੇਟ ਸਾਡੇ ਜੌਬ ਦੇ ਲਈ ਅਪਲਾਈ ਕਰ ਰਹੇ ਨੇ ਉਸ ਕੀ ਆਫਰ ਕਰ ਰਹੇ। ਸੋ ਦਿਸ ਇਜ਼ ਦਾ ਡੈਫੀਨੇਸ਼ਨ ਵਿਚ ਇਜ਼ ਗਿਵਨ ਬਾਈ ਦਾ ਜॉर्ज आर टैरी ਐਂਡ ਇਟ ਇਜ਼ ਅ ਇੰਪੋਰਟੈਂਟ ਡੈਫੀਨੇਸ਼ਨ, ਜਿਸ ਦੇ ਵਿੱਚ ਕੀ ਦਿੱਤਾ ਹੋਇਆ ਕਿ ਜਿਹੜੀ ਸਿਲੈਕਸ਼ਨ ਹੋਏਗੀ ਹਮੇਸ਼ਾ ਦੋ ਫੈਕਟਰਸ ਤੇ ਡਿਪੈਂਡੈਂਟ ਹੋਏਗੀ, ਠੀਕ ਹੈ। ਤਾਂ ਸਿਲੈਕਸ਼ਨ ਦਾ ਮੇਨ ਸਾਡਾ ਮੀਨਿੰਗ ਸਾਨੂੰ ਕਲੀਅਰ ਹੋ ਗਿਆ ਕਿ ਜਦੋਂ ਵੀ ਅਸੀਂ ਸਿਲੈਕਸ਼ਨ ਕਰਨੀ ਹੈ ਤਾਂ ਇੱਕ ਪ੍ਰੋਪਰ ਪ੍ਰੋਸੈਸ ਫੋਲੋ ਕੀਤਾ ਜਾਂਦਾ ਹੈ, ਜਿਹਦੇ ਵਿੱਚ ਸੂਟੇਬਲ ਕੈਂਡੀਡੇਟ ਨੂੰ ਹੀ ਕੀ ਕੀਤਾ ਜਾਏਗਾ, ਡਿਫਰੈਂਟ ਕੈਂਡੀਡੇਟਸ ਦੇ ਵਿੱਚੋਂ ਸਿਲੈਕਟ ਕੀਤਾ ਜਾਏਗਾ। ਨੈਕਸਟ ਆ ਜਾਂਦਾ ਜੀ ਵਟ ਇਜ਼ ਦ ਪ੍ਰੋਸੀਜਰ ਆਫ ਸਿਲੈਕਸ਼ਨ ਔਰ ਪ੍ਰੋਸੈਸ ਆਫ ਸਿਲੈਕਸ਼ਨ। ਫਸਟ ਆ ਜਾਂਦਾ ਹੈ ਰਿਸੀਟ ਆਫ ਐਪਲੀਕੇਸ਼ਨਸ। ਰਿਸੀਟ ਆਫ ਐਪਲੀਕੇਸ਼ਨਸ ਦਾ ਮਤਲਬ ਅਜੇ ਹੁੰਦਾ ਹੈ ਕਿ ਸਿਲੈਕਸ਼ਨ ਪ੍ਰੋਸੈਸ ਸਟਾਰਟਸ ਵਿਦ ਦ ਰਿਸੀਟ ਆਫ ਦ ਐਪਲੀਕੇਸ਼ਨਸ ਫਰੋਮ ਦ ਕੈਂਡੀਡੇਟਸ ਫॉर ਵੇਰੀਅਸ ਐਡਵਰਟੀਜ਼ ਵੇਕੈਂਟ ਪੋਸਟ। ਜਿੰਨੇ ਵੀ ਸਾਡੇ ਕੋਲ ਪੋਸਟਾਂ ਜਿਹੜੀਆਂ ਹੁੰਦੀਆਂ ਨੇ ਵੇਕੈਂਟ ਪਈਆਂ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਅਗਰ ਅਸੀਂ ਐਡਵਰਟੀਜ਼ਮੈਂਟ ਦਿੱਤੀ ਹੈ ਤਾਂ ਓਬਵੀਅਸ ਹੈ ਕਿ ਜਿਹੜੇ ਕੈਂਡੀਡੇਟਸ ਹੋਣਗੇ ਜਿਨ੍ਹਾਂ ਨੂੰ ਰਿਕੁਆਇਰਮੈਂਟ ਜੌਬ ਸੀਕਰਸ ਹੋਣਗੇ, ਠੀਕ ਹੈ, ਰਿਕੁਆਇਰਮੈਂਟ ਹੋਏਗੀ, ਨੀਡ ਹੋਏਗੀ, ਹਮੇਸ਼ਾ ਆਪਣੀ ਐਪਲੀਕੇਸ਼ਨਸ ਦੇਣਗੇ। ਤਾਂ ਜਿੰਨੇ ਵੀ ਸਾਨੂੰ ਐਪਲੀਕੇਸ਼ਨਸ ਜਦੋਂ ਰਿਸੀਟ ਹੁੰਦੀਆਂ ਨੇ ਮਤਲਬ ਅਸੀਂ ਰਿਸੀਵ ਕਰਦੇ ਹਾਂ, ਦਾ ਪ੍ਰੋਸੈਸ ਜਿਹੜਾ ਹੋਏਗਾ ਸਿਲੈਕਸ਼ਨ ਦਾ ਉਦੋਂ ਹੀ ਸਟਾਰਟ ਹੋ ਜਾਂਦਾ, ਠੀਕ ਹੈ ਜੀ। ਨੈਕਸਟ ਆ ਜਾਂਦਾ ਹੈ ਸਕਰੂਟਨੀ ਆਫ ਦ ਐਪਲੀਕੇਸ਼ਨਸ। ਸਕਰੂਟਨੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਵੀ ਅਸੀਂ ਐਪਲੀਕੇਸ਼ਨਸ ਰਿਸੀਵ ਕਰ ਲਈਆਂ ਤਾਂ ਪਰਸੋਨਲ ਡਿਪਾਰਟਮੈਂਟ ਜਿਹੜਾ ਹੋਏਗਾ ਉਹ ਪ੍ਰੋਪਰ ਐਪਲੀਕੇਸ਼ਨਸ ਨੂੰ ਕੀ ਕਰੇਗਾ, ਵੈਰੀਫਾਈ ਕਰੇਗਾ, ਠੀਕ ਹੈ, ਜਿਹਦੇ ਵਿੱਚੋਂ ਉਹ ਐਪਲੀਕੇਸ਼ਨਸ ਨੂੰ ਇਲੀਮੀਨੇਟ ਕਰ ਦੇਗਾ, ਮਤਲਬ ਉਹ ਐਪਲੀਕੇਸ਼ਨਸ ਨੂੰ
डिलीट कर देगा जिन्हां ਜਿਹੜੇ ਸਾਡੀ ਰਿਕੁਆਇਰਮੈਂट्स ਨੂੰ ਫੁੱਲਫਿਲ नहीं कर रहे पोस्ट ਦੀਆਂ, ठीक है। The candidates who are not to be considered for preliminary interview are informed along with the reasons for rejection। ਤਾਂ ਜਿਹੜੇ ਮਤਲਬ ਅਸੀਂ ਆਪਣੀ ਨੈਕਸਟ ਸਟੈਪ ਦੇ ਲਈ ਇੰਟਰਵਿਊ ਕਾਲ ਕਰਨੀ ਹੈ, ਨੈਕਸਟ ਸਟੈਪ ਸਿਲੈਕਸ਼ਨ ਵਾਸਤੇ ਕੈਂਡੀਡੇਟ ਨੂੰ ਹਾਇਰ ਕਰਨਾ ਹੈ, ਠੀਕ ਹੈ ਜੀ। ਤਾਂ ਉਹਦੇ ਲਈ ਮਤਲਬ ਐਪਲੀਕੇਸ਼ਨਸ ਵਾਸਤੇ ਜਿਹੜੇ ਕੈਂਡੀਡੇਟ ਸੂਟੇਬਲ ਨਹੀਂ ਹੈਗੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਰਿਜੈਕਟ ਕਰ ਦਾਂਗੇ, ਤੇ ਰਿਜੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਰੀਜ਼ਨ ਦੱਸ ਦਾਂਗੇ ਦੈਟ ਵਾਈ ਦੇ ਹੈਵ ਰਿਜੈਕਟਡ, ਠੀਕ ਹੈ ਜੀ। ਨੈਕਸਟ ਸਟੈਪ ਆ ਜਾਂਦਾ ਹੈ ਪ੍ਰੀਲਿਮਿਨਰੀ ਇੰਟਰਵਿਊ। ਪ੍ਰੀਲਿਮਿਨਰੀ ਇੰਟਰਵਿਊ ਦਾ ਮਤਲਬ ਕੀ ਹੁੰਦਾ ਹੈ ਕਿ ਕੈਂਡੀਡੇਟਸ ਨੂੰ ਪ੍ਰੋਪਰਲੀ ਸਕਰੀਨ ਕੀਤਾ ਜਾਂਦਾ ਹੈ ਐਂਡ ਦੋਜ਼ ਹੂ ਆਰ ਸੂਟੇਬਲੀ ਟੋਟਲੀ ਅਨਸੂਟੇਬਲ ਆਰ ਆਊਟਰਾਈਟਲੀ ਰਿਜੈਕਟਡ। ਐਂਡ ਜਿਹੜੇ ਮਤਲਬ ਟੋਟਲੀ ਅਨਸੂਟੇਬਲ ਕੈਂਡੀਡੇਟਸ ਹੁੰਦੇ ਨੇ ਉਹਨਾਂ ਨੂੰ ਕੀ ਕਰ ਲਿਆ ਜਾਊਗਾ, ਰਿਜੈਕਟ ਕਰ ਦਿੱਤਾ ਜਾਏਗਾ। necessary and required information is obtained from the candidates about their education, skills, experience, salary expected, etc. The interview undertaken is very brief and simple। ਕਹਿੰਦੇ ਹਮੇਸ਼ਾ ਇੰਟਰਵਿਊ ਜਦੋਂ ਅਸੀਂ ਲਈ ਜਾਂਦੀ ਹੈ ਪ੍ਰੀਲਿਮਿਨਰੀ ਇੰਟਰਵਿਊ ਤਾਂ ਉਹਦੇ ਵਿੱਚ ਹਮੇਸ਼ਾ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਪੁੱਛਿਆ ਜਾਂਦਾ ਹੈ, ਕਿਸੇ ਕੈਂਡੀਡੇਟ ਨੂੰ ਐਕਸਪੀਰੀਅੰਸ ਕਿੰਨਾ ਹੈ, ਸੈਲਰੀ ਕਿੰਨੀ ਐਕਸਪੈਕਟ ਕਰ ਰਿਹਾ, ਸਕਿੱਲਸ ਕੀ ਨੇ ਉਹਦੀਆਂ, ਠੀਕ ਹੈ ਜੀ। ਤੇ ਹਮੇਸ਼ਾ ਜਿਹੜੀ ਇੰਟਰਵਿਊ ਹੋਏਗੀ ਬਰੀਫ ਤੇ ਸਿੰਪਲ ਫਾਰਮ 'ਚ ਲਈ ਜਾਂਦੀ ਹੈ, ਜਿਹਦੇ ਵਿੱਚ ਕੀ ਕੀਤਾ ਜਾਂਦਾ ਹੈ ਪ੍ਰੋਪਰਲੀ ਜਿਹੜੇ ਕੈਂਡੀਡੇਟ ਦੀ ਸੂਟੇਬਿਲਿਟੀ ਹੋਏਗੀ ਐਂਡ ਉਹਨੂੰ ਇਵੈਲੂਏਟ ਕੀਤਾ ਜਾਏਗਾ, ਅਸੈਸ ਕੀਤਾ ਜਾਏਗਾ ਕਿ ਉਹ ਪ੍ਰੋਪਰ ਸਾਡੇ ਮਤਲਬ ਜੌਬ ਨੂੰ ਪਰਫਾਰਮ ਕਰਨ ਦੇ ਲਈ ਕੈਂਡੀਡੇਟ ਸੂਟੇਬਲ ਹੈ ਜਾਂ ਨਹੀਂ, ਠੀਕ ਹੈ ਜੀ। ਤਾਂ ਡਿਊ ਟੂ ਦਾ ਹਾਇਰ ਰਿਜੈਕਸ਼ਨ ਰੇਟ ਇਨ ਐਟ ਦਿਸ ਸਟੇਜ ਦ ਇੰਟਰਵਿਊਅਰ ਸ਼ੁੱਡ ਬੀ courteous, kind and informal towards the interview। ਹਮੇਸ਼ਾ ਧਿਆਨ ਰੱਖਣਾ ਹੈ, ਠੀਕ ਹੈ, ਕਿ ਜਦੋਂ ਵੀ ਅਸੀਂ ਇੰਟਰਵਿਊ ਲੈਣੀ ਹੈ ਤਾਂ ਹਮੇਸ਼ਾ ਇਨਫੋਰਮਲ ਵੇ ਰੱਖਾਂਗੇ। ਇਹ ਨਹੀਂ ਹੋਗਾ ਕਿ ਇੱਕ ਪ੍ਰੋਪਰ ਸਟ੍ਰਿਕਟ ਮਤਲਬ ਸਟ੍ਰਿਕਟਲੀ ਇੰਟਰਵਿਊ ਜਿਹੜੀ ਹੋਏਗੀ ਹੈਂਡਲ ਕੀਤੀ ਜਾਏਗੀ, ਠੀਕ ਹੈ ਜੀ। ਨੈਕਸਟ ਆ ਜਾਂਦਾ ਹੈ ਫਿਲਿੰਗ ਇਨ ਦਾ ਬਲੈਂਕ ਐਪਲੀਕੇਸ਼ਨ ਫਾਰਮ। ਬੇਸਿਕਲੀ ਦਾ ਐਪਲੀਕੇਸ਼ਨ ਬਲੈਂਕ is the personal history or written record of the applicant, ਠੀਕ ਹੈ ਜੀ। ਕਹਿੰਦੇ ਅਗਰ ਕਿਸੇ ਐਪਲੀਕੇਸ਼ਨ ਸਾਨੂੰ ਬਲੈਂਕ ਰਿਸੀਵ ਹੁੰਦੀ ਹੈ ਤਾਂ ਓਬਵੀਅਸ ਹੈ ਕਿ ਕਿਸੇ ਨਾ ਕਿਸੇ ਪਰਸਨਲ ਹਿਸਟਰੀ ਰੀਜ਼ਨ ਹੋਏਗਾ ਤਾਂ ਰਿਟਨ ਰਿਕਾਰਡ ਹੋਏਗਾ, ਤਾਂ ਜਿਹਦੇ ਵਿੱਚ ਕੀ ਹੋਊਗਾ ਕਿ ਕਿਸੇ ਨਾ ਕਿਸੇ ਪਰਸਨ ਦਾ ਨੇਮ, ਫਾਦਰਸ ਨੇਮ, ਜਿਹੜੇ ਵੀ ਐਪਲੀਕੇਸ਼ਨ ਫਾਰਮ ਅਸੀਂ ਮਤਲਬ ਫਿਲ ਕਰਵਾਉਂਦੇ ਹਾਂ, ਠੀਕ ਹੈ, ਇੰਟਰਵਿਊ ਤੋਂ ਠੀਕ ਹੈ। ਤਾਂ ਉਹਦੇ ਵਿੱਚ ਕੀ ਲਿਖਿਆ ਜਾਂਦਾ, ਨੇਮ ਲਿਖਵਾਇਆ ਜਾਏਗਾ, ਫਾਦਰ ਨੇਮ ਲਿਖਵਾਇਆ ਜਾਏਗਾ, ਡੇਟ ਆਫ ਬਰਥ ਲਿਖਵਾਈ ਜਾਏਗੀ, ਠੀਕ ਹੈ ਜੀ, ਐਂਡ ਐਡਰੈਸ, ਫੈਮਿਲੀ ਬੈਕਗਰਾਉਂਡ, ਵਰਕ ਐਕਸਪੀਰੀਅੰਸ, ਕੋ ਕਰਿਕੂਲਰ ਐਕਟੀਵਿਟੀਜ਼, ਐਕਸਪੈਕਟਡ ਸੈਲਰੀ, ਇਹ ਸਾਰਾ ਦਾ ਸਾਰਾ ਵੀ ਇੱਕ ਪ੍ਰੋਪਰ ਬਲੈਂਕ ਐਪਲੀਕੇਸ਼ਨ ਫਾਰਮ ਦੇ ਵਿੱਚ ਅਸੀਂ ਰਿਕਾਰਡ ਕਰ ਲਿਆ ਜਾਏਗਾ। ਦ ਕੈਂਡੀਡੇਟਸ ਆਰ ਆਸਕਡ ਟੂ ਫਰਨਿਸ਼ ਦ ਰਿਕੁਆਇਰਡ ਇਨਫੋਰਮੇਸ਼ਨ ਇਨ ਹਿਜ਼ ਔਨ ਹੈਂਡ ਰਾਈਟਿੰਗ। ਉਹਨੂੰ ਆਪਣੀ ਹੈਂਡ ਰਾਈਟਿੰਗ ਦੇ ਵਿੱਚ ਕਿਹਾ ਜਾਏਗਾ ਕਿ ਤੁਸੀਂ ਸਾਨੂੰ ਫਿਲ ਕਰਕੇ ਦੇਣੀ ਹੈ ਇਹ ਕੰਪਲੀਟ ਇਨਫੋਰਮੇਸ਼ਨ, ਠੀਕ ਹੈ। ਤੇ ਇਨਫੋਰਮੇਸ਼ਨ ਜਦੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਇੱਕ ਪ੍ਰੋਪਰ ਕੁਐਸਚਨਸ ਦੇ ਫਾਰਮ ਦੇ ਵਿੱਚ ਕੀਤੀ ਜਾਏਗੀ ਜਦੋਂ ਵੀ ਸਿਲੈਕਸ਼ਨ ਕੀਤੀ ਜਾਂਦੀ ਹੈ ਕਿਸੇ ਨਾ ਕਿਸੇ ਇੰਟਰਵਿਊ ਦੀ। ਤਾਂ ਇਸ ਇਨਫੋਰਮੇਸ਼ਨ ਦੇ ਵਿੱਚ ਪ੍ਰੋਪਰਲੀ ਸਰਕੂਲੇਟ ਕੀਤਾ ਜਾਏਗਾ ਜਦੋਂ ਵੀ ਸਿਲੈਕਸ਼ਨ ਜਿਹੜੀ ਕਮੇਟੀ ਸਾਨੂੰ ਅਸੀਂ ਮਤਲਬ ਫਾਈਨਲੀ ਸਿਲੈਕਸ਼ਨ ਕਮੇਟੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਡਿਫਰੈਂਟ ਪਰਸਨਸ ਇਨਵੋਲਵ ਹੋਣਗੇ ਜਿਹੜੇ ਫਾਈਨਲੀ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਸਿਲੈਕਟ ਕਰਦੇ ਨੇ। ਤਾਂ ਉਹਨਾਂ ਨੂੰ ਜਿਹੜੀ ਵੀ ਐਪਲੀਕੇਸ਼ਨ ਬਲੈਂਕ ਐਪਲੀਕੇਸ਼ਨ ਦੇ ਵਿੱਚ ਡਿਟੇਲ ਫਿਲ ਕੀਤੀ ਜਾਂਦੀ ਹੈ ਕਿਹਦੇ ਦੁਆਰਾ ਫਿਲ ਕੀਤੀ ਜਾਏਗੀ, ਕਿਸੇ ਨਾ ਕਿਸੇ ਪਰਸਨ ਕੈਂਡੀਡੇਟ ਦੁਆਰਾ ਫਿਲ ਕੀਤੀ ਜਾਏਗੀ। ਉਹ ਸਿਲੈਕਸ਼ਨ ਕਮੇਟੀ ਨੂੰ ਅੱਗੇ ਫਰਦਰ ਅਸੀਂ ਫਾਰਵਰਡ ਕਰ ਦਾਂਗੇ ਤਾਂ ਉਹ ਜਿਹੜੀ ਸਿਲੈਕਸ਼ਨ ਕਮੇਟੀ ਹੋਏਗੀ ਉਹਨਾਂ ਦੇ ਵਿੱਚੋਂ ਫਾਈਨਲਾਈਜ਼ ਕਰਕੇ ਐਪਲੀਕੇਸ਼ਨਸ ਨੂੰ ਅੱਗੇ ਫਰਦਰ ਸੂਟੇਬਲ ਕੈਂਡੀਡੇਟ ਨੂੰ ਹਾਇਰ ਕਰ ਲੈਂਦੇ ਨੇ, ਠੀਕ ਹੈ ਜੀ। ਨੈਕਸਟ ਆ ਜਾਂਦਾ ਸਿਲੈਕਸ਼ਨ ਟੈਸਟ। ਕੀ ਹੁੰਦਾ ਹੈ ਸਿਲੈਕਸ਼ਨ ਟੈਸਟ ਦਾ ਮਤਲਬ ਹੁੰਦਾ ਹੈ ਕਿ ਐਪਲੀਕੈਂਟਸ who have passed the screening and preliminary interview are called for the selection test, ਠੀਕ ਹੈ ਜੀ। ਜਿਨ੍ਹਾਂ ਨੇ ਸਕਰੀਨਿੰਗ ਮਤਲਬ ਕਲੀਅਰ ਕਰ ਲਈ, ਸਕਰੂਟਨੀ ਐਪਲੀਕੇਸ਼ਨਸ ਦੇ ਵਿੱਚ ਸੈਕੰਡ ਸਟੈਪ ਕਲੀਅਰ ਹੋ ਚੁੱਕਿਆ ਹੈ, ਇੰਟਰਵਿਊ ਵੀ ਕਲੀਅਰ ਕਰ ਚੁੱਕੇ ਨੇ, ਠੀਕ ਹੈ ਜੀ। ਤਾਂ ਉਹਨਾਂ ਨੂੰ ਸਿਲੈਕਸ਼ਨ ਟੈਸਟ ਵਾਸਤੇ ਬੁਲਾਇਆ ਜਾਂਦਾ, ਠੀਕ ਹੈ ਜੀ। ਥੀਸ ਆਰ ਡਿਜ਼ਾਈਨ ਟੂ ਮੈਜਰ ਦ ਰੈਲੇਵੈਂਟ ਐਸਪੈਕਟਸ ਆਫ ਦ ਕੈਂਡੀਡੇਟਸ ਪਰਸਨੈਲਿਟੀ। ਇਹਦੇ ਵਿੱਚ ਕੀ ਹੁੰਦਾ ਕਿ ਸਿਸਟਮੈਟਿਕ ਸਾਇੰਟੀਫਿਕ ਬੇਸਿਸ ਜਿਹੜਾ ਹੋਏਗਾ ਉਹਨੂੰ ਮਤਲਬ ਫੋਲੋ ਕੀਤਾ ਜਾਂਦਾ ਤਾਂ ਕਿ ਵਰਕ ਬਿਹੇਵੀਅਰ ਨੂੰ ਤੇ ਐਟੀਟਿਊਡ ਜਿਹੜਾ ਹੋਏਗਾ ਡਿਫਰੈਂਟ ਇੰਪਲੋਇਜ਼ ਦਾ ਉਹਨੂੰ ਅਸੀਂ ਕੀ ਕਰ ਸਕੇ, ਕੰਪੇਅਰ ਕਰ ਸਕੇ, ਠੀਕ ਹੈ ਜੀ। ਤਾਂ ਟੈਸਟ ਜਿਹੜਾ ਹੋਏਗਾ ਸਿਲੈਕਸ਼ਨ ਟੈਸਟ ਹਮੇਸ਼ਾ ਡਿਸਕ੍ਰਿਪਟਿਵ ਹੁੰਦਾ ਜਾਂ ਆਬਜੈਕਟਿਵ ਨੇਚਰ ਦਾ ਹੁੰਦਾ। ਇਹਦੇ ਵਿੱਚ ਇੰਟੈਲੀਜੈਂਸ ਟੈਸਟ ਵੀ ਲਿਆ ਜਾ ਸਕਦਾ ਹੈ, ਐਪਟੀਟਿਊਡ ਟੈਸਟ ਵੀ ਲਿਆ ਜਾ ਸਕਦਾ ਹੈ, ਠੀਕ ਹੈ ਜੀ, ਜਾਂ ਪਰਸਨੈਲਿਟੀ ਟੈਸਟ ਵੀ ਹੋ ਸਕਦਾ, ਰਿਟਨ ਟੈਸਟ ਵੀ ਲਿਆ ਜਾ ਸਕਦਾ ਹੈ, ਟ੍ਰੇ ਟੈਸਟ ਵੀ ਹੋ ਸਕਦਾ ਹੈ, ਠੀਕ ਹੈ ਜੀ। ਇਸ ਤਰ੍ਹਾਂ ਦੇ ਟੈਸਟ ਜਿਹੜੇ ਨੇ ਆਪਾਂ ਲੈ ਸਕਦੇ ਹਾਂ ਸਿਲੈਕਸ਼ਨ ਟੈਸਟ ਦੇ ਵਿੱਚ, ਠੀਕ ਹੈ। ਤਾਂ ਇਹ ਮਤਲਬ ਸਿੰਗਲ ਮੈਥਡ ਨਹੀਂ ਹੈਗਾ ਜਦੋਂ ਵੀ ਅਸੀਂ ਸਿਲੈਕਸ਼ਨ ਕਰਨੀ ਕੈਂਡੀਡੇਟਸ ਦੀ। ਇਹ ਤੋਂ ਇਲਾਵਾ ਵੀ ਆਪਾਂ ਕਾਫੀ ਮੈਥਡ ਜਿਹੜੇ ਨੇ ਫੋਲੋ ਕਰ ਸਕਦੇ ਹਾਂ ਜਿਹਦੇ ਵਿੱਚ ਕੀ ਹੋਊਗਾ ਕਿ ਕੈਂਡੀਡੇਟ ਨੂੰ ਮਤਲਬ ਜਿਵੇਂ ਉਹ ਟੈਸਟ ਫੋਲੋ ਕਰਦਾ ਜਾਂ ਟੈਸਟ ਜਿਹੜਾ ਮਤਲਬ ਪਰਸਨੈਲਿਟੀ ਟੈਸਟ ਦੇ ਅਕੋਰਡਿੰਗਲੀ ਕੁਐਸਚਨਸ ਦੇ ਆਨਸਰਸ ਦੇਗਾ ਉਹਦੇ ਅਕੋਰਡਿੰਗਲੀ ਸਕੋਰਿੰਗ ਕੀਤੀ ਜਾਏਗੀ ਕੈਂਡੀਡੇਟਸ ਦੀ, ਠੀਕ ਹੈ ਜੀ। ਦੈਟ ਇਜ਼ ਨੋਨ ਐਜ਼ ਸਿਲੈਕਸ਼ਨ ਟੈਸਟ। ਨੈਕਸਟ ਆ ਜਾਂਦਾ ਹੈ ਜੀ ਸਿਲੈਕਸ਼ਨ ਇੰਟਰਵਿਊ। ਕੀ ਹੁੰਦੀ ਹੈ ਸਿਲੈਕਸ਼ਨ ਇੰਟਰਵਿਊ ਦਾ ਮਤਲਬ ਹੁੰਦਾ ਹੈ ਕਿ ਫੇਸ ਟੂ ਫੇਸ ਮਤਲਬ ਇੰਟਰਵਿਊ ਕੀਤੀ ਜਾਂਦੀ ਹੈ। ਫੇਸ ਟੂ ਫੇਸ ਇੰਟਰਵਿਊ ਕਿਹਦੇ ਨਾਲ ਕੀਤੀ ਜਾਏਗੀ, ਕੈਂਡੀਡੇਟਸ ਜਿਹੜੇ ਮਤਲਬ ਸਿਲੈਕਸ਼ਨ ਟੈਸਟ ਕਲੀਅਰ ਕਰ ਲੈਂਦੇ ਨੇ, ਠੀਕ ਹੈ, ਜਾਂ ਸਾਡੇ ਜਿਹੜੇ ਇੰਪਲੋਇਰ ਹੋਣਗੇ
ਮਤਲਬ ਜਿਹੜੇ ਸਾਡੇ ਹਾਈ ਲੈਵਲ ਦੇ ਅਥਾਰਟੀ ਸਿਲੈਕਸ਼ਨ ਕਮੇਟੀ ਦੇ ਵਿੱਚ ਇੰਪਲੋਈਜ਼ ਅਸੀਂ ਰੱਖੇ ਮਤਲਬ ਬਿਠਾਏ ਹੁੰਦੇ ਨੇ, ਉਹਨਾਂ ਦੀ ਫੇਸ ਟੂ ਫੇਸ ਇੰਟਰਵਿਊ ਕਰਵਾਈ ਜਾਂਦੀ ਹੈ, ਜਿਹੜੇ ਅਸੀਂ ਸਿਲੈਕਸ਼ਨ ਟੈਸਟ ਜਿਹੜੇ ਕੈਂਡੀਡੇਟਸ ਕਲੀਅਰ ਕਰ ਲੈਂਦੇ ਨੇ, ਠੀਕ ਹੈ, ਜਿਹਦੇ ਵਿੱਚ ਇਨ ਡੈਪਥ ਕਨਵਰਸੇਸ਼ਨ ਕੀਤੀ ਜਾਂਦੀ ਹੈ, ਐਪਲੀਕੈਂਟ ਦੀ ਅਸੈਪਟੇਬਿਲਿਟੀ ਜਿਹੜੀ ਹੁੰਦੀ ਹੈ ਜੌਬ ਦੇ ਲਈ ਉਹਨਾਂ ਨੂੰ ਫਾਈਨਲਾਈਜ਼ ਕੀਤਾ ਜਾਂਦਾ ਹੈ, ਠੀਕ ਹੈ, ਜਿਹਦੇ ਵਿੱਚ ਮੇਨ ਮਤਲਬ ਆਬਜੈਕਟਿਵ ਸਾਡਾ ਇਹ ਹੁੰਦਾ ਹੈ ਕਿ ਕੈਂਡੀਡੇਟ ਦੀ ਅਸੈਪਟੇਬਿਲਿਟੀ ਨੂੰ ਦੇਖਣਾ, ਠੀਕ ਹੈ, ਕ੍ਰਾਸ ਚੈੱਕ ਕਰਨਾ ਕਿ ਜੋ ਇਨਫੋਰਮੇਸ਼ਨ ਉਹਨਾਂ ਨੇ ਬਲੈਂਕ ਐਪਲੀਕੇਸ਼ਨ ਫਾਰਮ ਦੇ ਵਿੱਚ ਫਿਲ ਕੀਤੀ ਹੈ ਕਿ ਉਹ ਰਾਈਟ ਹੈ ਜਾਂ ਨਹੀਂ ਹੈ, ਠੀਕ ਹੈ ਜੀ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਐਕੂਰੇਟ ਪਿਕਚਰ ਹੈ ਜੌਬ ਦੀ ਉਹਨਾਂ ਨੂੰ ਪ੍ਰੈਜ਼ੈਂਟ ਕਰਨੀ, ਠੀਕ ਹੈ, ਤੇ ਉਹਦੀ ਕੁਆਲੀਫਿਕੇਸ਼ਨ ਹੈ ਜਿਹੜੀ ਕੈਂਡੀਡੇਟ ਦੀ ਉਹਨੂੰ ਰਿਕੁਆਇਰਮੈਂਟ ਆਫ ਜੌਬ ਦੇ ਨਾਲ ਮੈਚ ਕਰਨਾ। ਤਾਂ ਇਹ ਜਿਹੜੇ ਮਤਲਬ ਕੁਝ ਸਟੈਪਸ ਨੇ ਜਿਹੜੇ ਸਾਨੂੰ ਮਤਲਬ ਸਿਲੈਕਸ਼ਨ ਇੰਟਰਵਿਊ ਦੇ ਵਿੱਚ ਅਸੀਂ ਫਾਈਨਲਾਈਜ਼ ਕਰਾਂਗੇ, ਤੇ ਇਸ ਤਰ੍ਹਾਂ ਦੀ ਜਿਹੜੀ ਜੌਬ ਮਤਲਬ ਇੰਟਰਵਿਊ ਹੋਏਗੀ ਇਨ ਡੈਪਥ ਫਾਰਮ ਦੇ ਵਿੱਚ ਕੰਡਕਟ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਚੈਕਿੰਗ ਰੈਫਰੈਂਸਿਸ। ਚੈਕਿੰਗ ਰੈਫਰੈਂਸਿਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੈਂਡੀਡੇਟ ਨੂੰ ਅਸੀਂ ਇੱਕ ਹੋਲ ਪ੍ਰੋਸੈਸ ਦੇ ਥਰੂ ਮਤਲਬ ਜੱਜ ਕਰਦੇ ਹਾਂ ਤਾਂ ਇਹ ਨੈਸੈਸਰੀ ਹੋ ਜਾਂਦਾ ਹੈ ਕਿ ਉਹਦੇ ਕਰੈਕਟਰ ਨੂੰ ਸੋਸ਼ਲ ਤੇ ਪਰਸਨਲ ਟ੍ਰੇਟਸ ਦੇ ਬੇਸਿਸ ਤੇ ਵੀ ਜੱਜ ਕੀਤਾ ਜਾਵੇ, ਠੀਕ ਹੈ ਜੀ। ਤਾਂ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਕਾਮਨਲੀ ਇਹ ਦੇਖਿਆ ਜਾਂਦਾ ਹੈ ਕਿ ਕੈਂਡੀਡੇਟਸ ਜਿਹੜੇ ਜਿਹਨਾਂ ਨੂੰ ਅਸੀਂ ਪ੍ਰੈਫਰੈਂਸ ਦੇ ਰਹੇ ਹਾਂ ਜੌਬ ਦੇ ਲਈ, ਕਿ ਉਹਨਾਂ ਦੀ ਨੇਚਰ ਜਿਹੜੀ ਹੈ ਉਹ ਠੀਕ ਹੈ ਜਾਂ ਨਹੀਂ ਹੈ, ਉਹਦਾ ਨੇਮ ਜਿਹੜਾ ਹੈ ਉਹ ਕਿਸੇ ਫਾਰਮਲ ਇੰਪਲੋਈ ਦੇ ਨਾਲ ਅਗਰ ਉਹ ਜੌਬ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਮਤਲਬ ਉਹਨਾਂ ਦੀ ਰੈਪੂਟੇਸ਼ਨ ਕੀ ਰਹੀ ਹੈ ਉਸ ਜੌਬ ਦੇ ਵਿੱਚ, ਠੀਕ ਹੈ, ਤਾਂ ਉਹਨਾਂ ਨੇ ਕਿਸੇ ਨਾ ਕਿਸੇ ਵਰਕਿੰਗ ਐਕਸਪੀਰੀਅੰਸ ਅਗਰ ਹੈ ਉਹਨਾਂ ਦਾ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਤਲਬ ਇੰਪਲੋਇਰ ਦੇ ਰਿਗਾਰਡਿੰਗ ਪੁੱਛਿਆ ਜਾਏਗਾ, ਇੰਪਲੋਇਰ ਤੋਂ ਪੁੱਛਿਆ ਜਾਏਗਾ ਕਿ ਕੈਂਡੀਡੇਟ ਕਿਸ ਤਰ੍ਹਾਂ ਦਾ ਸੀਗਾ। ਤਾਂ ਕੈਂਡੀਡੇਟਸ ਜਿਹੜਾ ਹੋਏਗਾ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਫਰਨਿਸ਼ ਕਰੇਗਾ, ਨੇਮ ਆਫ ਦਾ 2 or 3 ਰਿਸਪੌਂਸਿਬਲ ਪਰਸਨਸ ਹੂ ਮੇ ਬੀ ਅਪਰੋਚਡ, ਠੀਕ ਹੈ, ਫॉर द वेरिफिकेशन ऑफ द इन्फॉर्मेशन सप्लाइड बाय द कैंडिडेट। मतलब किसी ना किसी रेफरेंस थ्रू ਆਪਾਂ ਉਸ ਪਰਸਨ ਦੇ ਬਾਰੇ ਜਿਹੜਾ ਅਸੀਂ ਫਾਈਨਲਾਈਜ਼ ਕੀਤਾ ਉਸ ਦੇ ਬਾਰੇ ਪੁੱਛ ਸਕਦੇ ਹਾਂ ਕਿ ਜਿਹੜਾ ਪਰਸਨ ਸਾਡੇ ਅਸੀਂ ਜੌਬ ਲਈ ਫਾਈਨਲਾਈਜ਼ ਕੀਤਾ ਹੈ ਕਿ ਉਹ ਪਰਸਨ ਸਾਡੀ ਜੌਬ ਦੇ ਲਈ ਮਤਲਬ ਗੁੱਡ ਹੈ ਜਾਂ ਨਹੀਂ ਹੈ, ਉਹਦੀ ਨੇਚਰ ਕੀ ਹੈ, ਕਿ ਉਹਦੀ ਕੁਆਲਿਟੀਜ਼ ਕੀ ਨੇ, ਕਿ ਉਹ ਸਾਡੀ ਜੌਬ ਨੂੰ ਅੱਛੇ ਤਰੀਕੇ ਨਾਲ ਪਰਫਾਰਮ ਕਰੇਗਾ ਕਿ ਨਹੀਂ ਕਰੇਗਾ। ਸੋ ਥੀਸ ਆਰ ਦ ਚੈਕਿੰਗ ਰੈਫਰੈਂਸਿਸ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਫੇਵਰੇਬਲ ਓਪੀਨੀਅਨ ਦਿੱਤਾ ਜਾਂਦਾ ਹੈ, ਠੀਕ ਹੈ, ਜਾਂ ਅਨਫੇਵਰੇਬਲ ਓਪੀਨੀਅਨ ਦਿੱਤਾ ਜਾਏਗਾ, ਠੀਕ ਹੈ। ਤੇ ਰੈਫਰੀਜ਼ ਜਿਹੜੇ ਹੋਣਗੇ ਕਈ ਵਾਰ ਕੀ ਹੁੰਦਾ ਕਿ ਰਿਸਪੌਂਡ ਨਹੀਂ ਕਰ ਪਾਉਂਦੇ ਇੰਪਲੋਇਰਸ ਨੂੰ, ਠੀਕ ਹੈ, ਤਾਂ ਉਹਦੇ ਰਿਗਾਰਡਿੰਗ ਵੀ ਆਪਾਂ ਮਤਲਬ ਇਹ ਕਰ ਸਕਦੇ ਹਾਂ ਕਿ ਤਾਂ ਉਹਦੇ ਰਿਗਾਰਡਿੰਗ ਆਪਾਂ ਮੋਸਟਲੀ ਮੰਨਿਆ ਜਾਂਦਾ ਹੈ ਕਿ 2 ਜਾਂ 3 ਜਿਹੜੇ ਨੇਮਸ ਜਿਹੜੇ ਹੁੰਦੇ ਨੇ ਕੈਂਡੀਡੇਟ ਤੋਂ ਹਮੇਸ਼ਾ ਫਾਈਨਲਾਈਜ਼ ਕਰਵਾ ਲਏ ਜਾਣੇ ਚਾਹੀਦੇ ਨੇ, ਤਾਂ ਕਿ ਅਗਰ ਇੱਕ ਪਰਸਨ ਮਤਲਬ ਰੈਫਰੈਂਸ ਆਪਾਂ ਨੂੰ ਪ੍ਰੋਪਰ ਪ੍ਰੋਵਾਈਡ ਨਹੀਂ ਕਰ ਪਾ ਰਿਹਾ ਤਾਂ ਸੈਕਿੰਡ ਪਰਸਨ ਤੋਂ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਉਸ ਕੈਂਡੀਡੇਟ ਦੇ ਬਾਰੇ ਇਨਫੋਰਮੇਸ਼ਨ ਲੈ ਸਕੀਏ। ਨੈਕਸਟ ਆ ਜਾਂਦਾ ਜੀ ਮੈਡੀਕਲ ਐਗਜ਼ਾਮੀਨੇਸ਼ਨ। ਜਦੋਂ ਅਸੀਂ ਇੱਕ ਫਾਈਨਲ ਸਿਲੈਕਸ਼ਨ ਕਰ ਲਈ ਤਾਂ ਹਮੇਸ਼ਾ ਸਿਲੈਕਟਡ ਇੰਪਲੋਈ ਜਿਹੜਾ ਹੋਏਗਾ ਕੈਂਡੀਡੇਟ ਹੋਏਗਾ ਉਹਦੀ ਪ੍ਰੋਪਰ ਮੈਡੀਕਲ ਐਗਜ਼ਾਮੀਨੇਸ਼ਨ ਦੇ ਅੰਡਰਗੋ ਉਹਨਾਂ ਨੂੰ ਮਤਲਬ ਲਿਆ ਜਾਂਦਾ ਹੈ ਤਾਂ ਕਿ ਉਹਦੀ ਜਿਹੜੀ ਫਿਜ਼ੀਕਲ ਫਿਟਨੈਸ ਹੈ ਉਹ ਰਿਕੁਆਇਰਮੈਂਟਸ ਆਫ ਜੌਬ ਦੇ ਨਾਲ ਮੈਚ ਕੀਤੀ ਜਾ ਸਕੇ। ਜਨਰਲੀ ਫਿਜ਼ੀਕਲ ਐਗਜ਼ਾਮੀਨੇਸ਼ਨ ਜਿਹੜਾ ਹੁੰਦਾ ਹੈ ਉਹ ਜ਼ਿਆਦਾਤਰ ਆਪਾਂ ਉਸ ਦੇ ਬੇਸ ਤੇ ਅਸੀਂ ਕਿਸੇ ਨਾ ਕਿਸੇ ਇੰਪਲੋਈ ਨੂੰ ਰਿਜੈਕਟ ਨਹੀਂ ਕਰ ਸਕਦੇ, ਠੀਕ ਹੈ ਜੀ। ਇਹ ਜ਼ਿਆਦਾਤਰ ਮੈਡੀਕਲ ਆਫੀਸਰਸ ਦੁਆਰਾ ਕੰਡਕਟ ਕੀਤਾ ਜਾਂਦਾ ਜਾਂ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਕੰਡਕਟ ਕੀਤਾ ਜਾਂਦਾ, ਠੀਕ ਹੈ ਜੀ। ਤੇ ਇਹਦਾ ਮੇਨ ਪਰਪਸ ਇਹ ਹੁੰਦਾ ਹੈ ਕਿ ਕੋਈ ਪਰਸਨ ਨੂੰ ਕਿਸੇ ਨੂੰ ਕ੍ਰੋਨਿਕ ਡਿਜ਼ੀਜ਼ ਤਾਂ ਨਹੀਂ ਹੈਗੀ, ਠੀਕ ਹੈ, ਤਾਂ ਜਿਹਦੇ ਵਿੱਚ ਕੀ ਹੁੰਦਾ ਕਿ ਅਗਰ ਕਿਸੇ ਪਰਸਨ ਨੂੰ ਕੋਈ ਇਸ ਤਰ੍ਹਾਂ ਦੇ ਰਿਗਾਰਡਿੰਗ ਕੋਈ ਡਿਜ਼ੀਜ਼ ਹੈ ਤਾਂ ਉਹਦੇ ਰਿਗਾਰਡਿੰਗ ਪਹਿਲਾਂ ਹੀ ਉਹਨਾਂ ਦਾ ਇੰਸ਼ੋਰੈਂਸ ਜਿਹੜਾ ਹੁੰਦਾ ਜਾਂ ਕੰਪਨਸੇਸ਼ਨ ਜਿਹੜਾ ਹੁੰਦਾ ਉਹਨੂੰ ਪ੍ਰੋਵਾਈਡ ਕੀਤਾ ਜਾਂਦਾ, ਉਹਦਾ ਇੰਸ਼ੋਰੈਂਸ ਕਰਵਾ ਦਿੱਤਾ ਜਾਂਦਾ ਤਾਂ ਕਿ ਉਸ ਦੇ ਰਿਗਾਰਡਿੰਗ ਉਹਨੂੰ ਕੋਈ ਪ੍ਰੋਬਲਮ ਨਾ ਆ ਸਕੇ ਜੌਬ ਜਦੋਂ ਫਾਈਨਲਾਈਜ਼ ਕੀਤੀ ਜਾਂਦੀ ਹੈ। ਨੈਕਸਟ ਆ ਜਾਂਦਾ ਫਾਈਨਲ ਅਪਰੂਵਲ। Since the persons appointed are to work under the line officers, so from this stage the selection process is handled by the line officer instead of the personal officer. Ultimately, the line manager is to decide about the job assigned to him. The letter of appointment is issued by the concerned head of the department, not by the personal officer. ਕਹਿੰਦੇ ਫਾਈਨਲ ਅਪਰੂਵਲ ਦੇ ਵਿੱਚ ਕੀ ਹੁੰਦਾ ਕਿ ਜੌਬ ਜਿਹੜੀ ਹੁੰਦੀ ਹੈ ਹਮੇਸ਼ਾ ਆਪਣੇ ਜਿਹੜੇ ਮੈਨੇਜਰਸ ਹੁੰਦੇ ਉਹਨਾਂ ਨੇ ਕਰਵਾਉਣੀ ਹੁੰਦੀ ਹੈ ਵਰਕਰਸ ਤੋਂ, ਇੰਪਲੋਈਜ਼ ਤੋਂ। ਤਾਂ ਮੋਸਟਲੀ ਕੀ ਹੁੰਦਾ ਕਿ ਜਿਹੜਾ ਲੈਟਰ ਆਫ ਅਪਾਇੰਟਮੈਂਟ ਹੁੰਦਾ ਹੈ ਉਹ ਮੈਨੇਜਰਸ ਦੁਆਰਾ ਹੀ ਦਿੱਤਾ ਜਾਂਦਾ ਹੈ, ਠੀਕ ਹੈ ਜੀ, ਜਾਂ ਜਿਹੜੇ ਲਾਈਨ ਮੈਨੇਜਰਸ ਹੋਣਗੇ ਉਹਨਾਂ ਦੁਆਰਾ ਦਿੱਤਾ ਜਾਏਗਾ, ਨਾ ਕਿ ਪਰਸੋਨਲ ਆਫਿਸਰ ਦੁਆਰਾ ਦਿੱਤਾ ਜਾਏਗਾ ਜਿਹੜੇ ਹਾਇਰ ਕਰਦੇ ਨੇ ਇੰਪਲੋਈਜ਼ ਨੂੰ। ਅਪਾਇੰਟਮੈਂਟ ਜਿਹੜੀ ਜ਼ਿਆਦਾਤਰ ਆਪਾਂ ਮੰਨਿਆ ਜਾਂਦਾ ਹੈ ਕਿ ਜਨਰਲੀ ਪ੍ਰੋਵੇਸ਼ਨ ਬੇਸਿਸ ਤੇ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕੀ ਹੁੰਦਾ ਕਿ 1 ਜਾਂ 2 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਕੰਟਰੈਕਟ ਬੇਸਿਸ ਰੱਖਿਆ ਜਾਂਦਾ ਹੈ ਤਾਂ ਕਿ ਅਗਰ ਕੋਈ ਸਾਨੂੰ ਉਸ ਟਾਈਮ ਪੀਰੀਅਡ ਦੇ ਵਿੱਚ ਲੱਗਦਾ ਹੈ ਕਿ ਇੰਪਲੋਈ ਅਕੋਰਡਿੰਗ ਟੂ ਦਾ ਜੌਬ ਜਿਹੜੀ ਰਿਕੁਆਇਰਮੈਂਟ ਹੈ ਵਰਕ ਨਹੀਂ ਪਰਫਾਰਮ ਕਰ ਪਾ ਰਿਹਾ ਜਾਂ ਉਹਦੇ ਵਿੱਚ ਫਿਜ਼ੀਕਲ ਫਿਟਨੈਸ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕੋਈ ਮਤਲਬ ਨੇਚਰ ਜਿਹੜੀ ਹੈ ਵਰਕ ਦੇ ਅਕੋਰਡਿੰਗ ਹੀ ਨਹੀਂ ਹੈ, ਤਾਂ ਉਸਨੂੰ ਆਪਾਂ ਕੀ ਕਰ ਸਕਦੇ ਹਾਂ ਅਕੋਰਡਿੰਗ ਟੂ ਦਾ ਗਿਵਨ ਕੰਡੀਸ਼ਨਸ ਆਪਾਂ ਨੂੰ ਮਤਲਬ ਟਰਮੀਨੇਟ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਹੀ ਇਜ਼ ਮੇਡ ਪਰਮਾਨੈਂਟ ਓਨਲੀ ਆਫਟਰ ਦਾ ਸਕਸੈਸਫੁਲ ਕੰਪਲੀਸ਼ਨ ਆਫ ਦਾ ਪ੍ਰੋਵੇਸ਼ਨਰੀ ਪੀਰੀਅਡ। ਤਾਂ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਮਤਲਬ ਇੱਕ ਪ੍ਰੋਵੇਸ਼ਨ ਪੀਰੀਅਡ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਹੀ ਜਾ ਕੇ ਉਸ ਜਿਹੜਾ ਪਰਸਨ ਹੈ ਉਸਨੂੰ ਫਾਈਨਲਾਈਜ਼ ਜਾਂ ਪਰਮਾਨੈਂਟ ਕੀਤਾ ਜਾਂਦਾ, ਠੀਕ ਹੈ ਜੀ। ਨੈਕਸਟ ਆ ਜਾਂਦਾ ਪਲੇਸਮੈਂਟ ਐਂਡ ਓਰੀਐਂਟੇਸ਼ਨ।
ਪਲੇਸਮੈਂਟ ਦਾ ਮਤਲਬ ਹੁੰਦਾ ਹੈ ਕਿ ਰਾਈਟ ਮੈਨ ਨੂੰ ਰਾਈਟ ਜੌਬ ਦੇ ਉੱਤੇ ਕੀ ਕਰਨਾ, ਪੁੱਟ ਅਪ ਕਰਨਾ। ਠੀਕ ਹੈ ਜੀ, ਜਦੋਂ ਸਿਲੈਕਸ਼ਨ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਸਿਲੈਕਟਡ ਕੈਂਡੀਡੇਟ ਨੂੰ ਸਪੈਸੀਫਿਕ ਜੌਬ ਜਿਹੜੀ ਹੋਏਗੀ ਪਰਫਾਰਮ ਦਿੱਤੀ ਜਾਏਗੀ ਤੇ ਸਪੈਸੀਫਿਕ ਪਲੇਸ ਦਿੱਤੀ ਜਾਏਗੀ। ਪ੍ਰੋਪਰ ਪਲੇਸਮੈਂਟ ਦਾ ਮਤਲਬ ਇਹ ਹੁੰਦਾ ਕਿ ਲੇਬਰ ਟਰਨਓਵਰ, ਐਬਸੈਂਟਿਜ਼ਮ ਤੇ ਐਕਸੀਡੈਂਟਸ ਨੂੰ ਰਿਡਿਊਸ ਕੀਤਾ ਜਾ ਸਕੇ। ਓਰੀਐਂਟੇਸ਼ਨ ਦਾ ਮਤਲਬ ਕੀ ਹੁੰਦਾ ਕਿ ਨਿਊ ਇੰਪਲੋਈਜ਼ ਨੂੰ ਫੈਮਲੀਅਰ ਕਰਨਾ ਕਿਹੜੇ ਇਨਵਾਇਰਨਮੈਂਟ ਦੇ ਨਾਲ, ਜੋ ਸਾਡੀ ਜੌਬ ਦਾ ਇਨਵਾਇਰਨਮੈਂਟ ਹੈ। ਠੀਕ ਹੈ ਜੀ, ਤਾਂ ਐਗਜ਼ਿਸਟਿੰਗ ਜਿਹੜਾ ਸਟਾਫ ਹੈ, ਨੇਚਰ ਆਫ ਜੌਬ ਹੈ, ਠੀਕ ਹੈ, ਫੈਲੋ ਵਰਕਰਸ ਨੇ, ਸਬੋਰਡੀਨੇਟਸ ਨੇ, ਵਰਕ ਰੂਲਸ ਨੇ, ਤਾਂ ਉਹਨਾਂ ਦੇ ਰਿਗਾਰਡਿੰਗ ਉਹਨਾਂ ਨੂੰ ਫੈਮਲੀਅਰ ਕਰਨਾ। ਠੀਕ ਹੈ, ਦੈਟ ਇਜ਼ ਨੋਨ ਐਜ਼ ਅ ਓਰੀਐਂਟੇਸ਼ਨ, ਤਾਂ ਕਿ ਉਹ ਐਡਜਸਟ ਕਰ ਸਕਣ ਆਪਣੇ ਆਪ ਨੂੰ ਨਿਊ ਵਰਕ ਇਨਵਾਇਰਨਮੈਂਟ ਦੇ ਵਿੱਚ। ਠੀਕ ਹੈ, ਸੋ ਦਿਸ ਇਜ਼ ਦਾ ਪ੍ਰੋਸੀਜਰ ਆਫ ਦਾ ਸਿਲੈਕਸ਼ਨ। In the next video we will discuss the training and development. Thank you.